ਏਕਤਾ ਗਰਾਹਾਂ ਜਿਹੜੀ ਹੈਗੀ ਆ ਜਥੇਬੰਦੀ, ਉਹਨਾਂ ਨਾਲ ਵੀ ਤਾਲਮੇਲ ਕਰਾਂਗੇ, ਕਿਉਂਕਿ ਉਹਨਾਂ ਕੋਲੇ ਬਹੁਤ ਵੱਡੀ ਸ਼ਕਤੀ ਹੈ। ਉਹ ਨਾਲ ਬੈਠਣਗੇ ਸਾਡੇ, ਆ ਕੇ ਮੋਢੇ ਨਾਲ ਮੋਢਾ ਲਾਉਣਗੇ। ਕਈ ਵਾਰੀ ਅਗਰਾਹਾਂ ਸਾਹਿਬ ਕਹਿੰਦੇ ਹੁੰਦੇ ਆ ਮੇਰਾ ਤਾਂ ਖੁਦ ਦਾ ਅੰਮ੍ਰਿਤ ਛਕਿਆ ਹੋਇਆ। ਉਹ ਜਿਹੜੀ ਸੋਚ ਲੈ ਕੇ ਚੱਲ ਰਹੇ ਨੇ, ਹੈ ਨਾ, ਕਿਰਤ ਕਰੋ ਤੇ ਵੰਡ ਛਕੋ ਦੀ, ਉਹ ਗੁਰੂ ਨਾਨਕ ਦਾ ਵੀ ਰਾਹ ਹੈ, ਉਹ ਸਿੱਖ ਪੰਥ ਦਾ ਵੀ ਰਾਹ ਹੈ। ਮੈਂ ਕਹਿੰਦਾ ਉਹ ਕਿਹੜਾ ਸੰਘਰਸ਼ ਹੈ ਇਹਨਾਂ ਮੁੱਦਿਆਂ ਤੇ ਜਿਨ੍ਹਾਂ ਤੇ ਬੈਠੇ ਆ ਅੱਜ ਆਪਾਂ, ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਨਹੀਂ ਗਏ, ਜਿਹਦੇ 'ਚ ਭਗਵੰਤ ਸਿੰਘ ਮਾਨ ਨਹੀਂ ਪਹੁੰਚਿਆ, ਭਾਈ ਗੁਰਬਖਸ਼ ਸਿੰਘ ਨਾਲ ਉਹ ਬੈਠਾ, ਬਾਪੂ ਸੂਰਤ ਸਿੰਘ ਨਾਲ ਉਹ ਬੈਠਾ, ਬਰਗਾੜੀ ਦਾ ਮੋਰਚਾ ਲੱਗਿਆ। ਕੀ ਪੰਜਾਬ ਸਰਕਾਰ ਦੇ ਹੱਥ ਵੱਸ ਕੁਝ ਹੈ? ਕੋਈ ਅਜਿਹਾ ਸਿੰਘ ਹੈ ਜੋ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੀ ਮਤਲਬ ਰਿਹਾਈ ਹੋ ਸਕਦੀ ਪੰਜਾਬ ਸਰਕਾਰ ਵੱਲੋਂ? ਤਿੰਨ ਸਿੰਘ ਅਜਿਹੇ ਆ ਜਿਨ੍ਹਾਂ ਦੇ ਉੱਤੇ ਟਾਡਾ ਵੀ ਨਹੀਂ ਲੱਗਿਆ ਹੋਇਆ, ਹੈ ਨਾ, ਜਿਨ੍ਹਾਂ ਨੂੰ ਪੰਜਾਬ ਸਰਕਾਰ ਅੱਜ ਛੱਡ ਸਕਦੀ। ਜਿਵੇਂ ਮੰਨ ਲਓ ਵੀ ਪਹਿਲਾਂ ਪਰੋਲ ਮਿਲਦੀ ਸੀਗੀ, ਆ ਪਿੱਛੇ ਜੇ ਕੋਵਿਡ-19 ਦੇ ਦੌਰਾਨ ਭਾਈ ਲਖਵਿੰਦਰ ਸਿੰਘ, ਗੁਰਮੀਤ ਸਿੰਘ ਤੇ ਸ਼ਮਸ਼ੇਰ ਸਿੰਘ ਹੋਰਾਂ ਨੂੰ ਪਰੋਲ ਮਿਲੀ। ਇਸ ਸਰਕਾਰ ਨੇ ਤਾਂ ਉਹਨਾਂ ਦੀ ਵੀ ਪਰੋਲ ਬੰਦ ਕਰ ਦਿੱਤੀ। ਭਗਵੰਤ ਸਿੰਘ ਮਾਨ ਦੇ ਪੱਲੇ ਕੀ ਆ? ਫੈਸਲੇ ਜਿਹੜੇ ਹੈਗੇ ਉਹ ਕੇਂਦਰ ਲੈਂਦਾ। ਅਰਵਿੰਦ ਕੇਜਰੀਵਾਲ ਹੋਰੀ ਕੋਈ ਬਾਦਲ ਹੋਰਾਂ ਦੇ ਖਿਲਾਫ ਥੋੜੀ ਨੇ। ਅਗਰ ਸੱਚਮੁੱਚ ਉਹ ਮਤਲਬ ਕੱਟੜ ਇਮਾਨਦਾਰ ਸਰਕਾਰ ਹੁੰਦੀ, ਮੈਂ ਦਾਅਵੇ ਨਾਲ ਕਹਿਣਾ ਕਿ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਇੱਕ ਦਿਨ ਪੰਜਾਬ 'ਚ ਨਹੀਂ ਸੀ ਰਹਿੰਦਾ, ਉਹ ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਭੱਜ ਜਾਂਦਾ, ਉਹ ਰਿਜ਼ਲਟ ਆਉਣ ਤੋਂ ਪਹਿਲਾਂ ਭੱਜ ਜਾਂਦਾ। ਕਾਨੂੰਨ ਦੀ ਉਲੰਘਣਾ ਕਰ ਰਹੀ ਹੈ ਸਰਕਾਰ, ਸੰਵਿਧਾਨ ਦੀ ਅਣਦੇਖੀ ਕਰ ਰਹੀ ਹੈ। ਇਹ ਸਿੰਘ ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਹੈ ਨਾ, ਬਲਕਿ ਕਈ ਸਿੰਘ ਤਾਂ ਦੁੱਗਣੀਆਂ ਸਜ਼ਾਵਾਂ ਜਿਹੜੀਆਂ ਹੈਗੀਆਂ ਉਹ ਪੂਰੀਆਂ ਕਰ ਚੁੱਕੇ ਆ। ਸਰਕਾਰ ਕੋਲੇ ਕੋਈ ਲੌਜਿਕ ਹੀ ਨਹੀਂ ਹੈ ਉਹਨਾਂ ਨੂੰ ਅੰਦਰ ਰੱਖਣ। ਆਪਾਂ ਇੱਕ ਮੋਰਚੇ ਦਾ ਜਿਹੜਾ ਸਪੀਕਰ ਆ ਉਧਰ ਨੂੰ ਕਰਕੇ ਵੀ ਲਾਇਆ ਹੋਇਆ, ਕਿਉਂਕਿ ਪਹਿਲਾਂ ਨਹੀਂ ਸੀ ਲੱਗਾ, ਤਾਂ ਉਹ ਸਿੰਘਾਂ ਨੇ ਵਕੀਲਾਂ ਰਾਹੀਂ ਕਿਹਾ ਵੀ ਸਾਡੇ ਕੋਲੇ ਹਾਂ ਆਵਾਜ਼ ਆਉਣੀ ਚਾਹੀਦੀ ਹੈ ਨਾ। ਤੇ ਜੇਲ੍ਹ 'ਚ ਉਸਨੇ ਹੈ ਬੁੜੈਲ 'ਚ? ਹਾਂ, ਮਤਲਬ ਵਕੀਲਾਂ ਰਾਹੀਂ ਉਹਨਾਂ ਨੇ ਕਿਹਾ ਵੀ ਸਾਡੇ ਵਾਲੇ ਪਾਸੇ ਨੂੰ ਵੀ ਮੂੰਹ ਕਰਕੇ ਲਾਓ, ਹੈ ਨਾ। ਜੇ ਤੁਸੀਂ ਪੰਜਾਬ ਨੂੰ ਬਚਾਉਣਾ ਤਾਂ ਇਹਦੀ ਉਲਝੀ ਹੋਈ ਤਾਣੀ ਚੋਂ ਕੋਈ ਤੰਦ ਫੜਨੀ ਪਊਗੀ। ਇੱਥੋਂ ਮਤਲਬ ਕੱਲੇ ਪੰਥ ਦੀ ਏਕਤਾ ਨਹੀਂ ਪੈਦਾ ਹੋਣੀ ਇਸ ਮੋਰਚੇ ਤੋਂ, ਇਸ ਮੋਰਚੇ ਦੇ ਉੱਤੋਂ ਪੂਰੇ ਸਮੁੱਚੇ ਪੰਜਾਬੀਆਂ ਦੀ ਏਕਤਾ ਪੈਦਾ ਹੋਣੀ ਹੈ। ਉਹ ਏਕਤਾ ਜਿਹਦੇ ਵੱਲ ਪੂਰੇ ਭਾਰਤ ਨੇ ਦੇਖਣਾ, ਸਾਡੇ ਗਵਾਂਢੀ ਰਾਜਾਂ ਨੇ ਵੀ ਦੇਖਣਾ। ਮੋਹਾਲੀ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਚੱਲ ਰਿਹਾ ਤੇ ਇਸ ਵੇਲੇ ਮੇਰੇ ਨਾਲ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਜੀ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ। ਤਾਂ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਅੱਛਾ, ਜਿਸ ਤਰ੍ਹਾਂ ਮੈਂ ਕਿਹਾ ਕਿ ਮੋਰਚਾ ਚੱਲ ਰਿਹਾ, ਸਭ ਨੂੰ ਪਤਾ, ਪਰ ਮੈਂ ਬਹੁਤ ਦੇਖਿਆ ਕਿ ਕਲੈਰਿਟੀ ਨਹੀਂ ਹੈ ਮਸਲੇ ਦੀ, ਤੇ ਅੱਜ ਆਪਾਂ ਇਸ ਤੇ ਖੁੱਲ੍ਹ ਕੇ ਗੱਲਬਾਤ ਕਰਾਂਗੇ ਕਿ ਅਸਲ ਦੇ ਵਿੱਚ ਸਾਡੇ ਮੋਰਚੇ ਦਾ ਉਦੇਸ਼ ਕੀ ਆ। ਉਹ ਸਭ ਨੂੰ ਪਤਾ ਕਿ ਬੰਦੀ ਸਿੰਘ ਰਿਹਾ ਕਰਾਉਣੇ ਨੇ। ਉਹ ਕਿਹੜੇ ਬੰਦੀ ਸਿੰਘ ਨੇ, ਕਿਹੜੇ ਬੰਦੀ ਸਿੰਘ ਦੀ ਕਿੰਨੀ ਸਜ਼ਾ ਪੂਰੀ ਹੋ ਚੁੱਕੀ ਹੈ ਜਾਂ ਕਿੰਨੀ ਉੱਪਰ ਹੋ ਚੁੱਕੀ ਆ, ਕਿ ਉਸ ਦੇ ਲਈ ਉਹਨੂੰ ਛੁਡਵਾਉਣ ਲਈ ਪਹਿਲਾਂ ਕੋਈ ਕਾਨੂੰਨੀ ਚਾਰਾ ਜੋ ਹੋਈ ਤਾਂ ਉਹਦਾ ਨਤੀਜਾ ਕੀ ਨਿਕਲਿਆ, ਕਿਹੜੇ ਸਿੰਘਾਂ ਦੀ ਅਸੀਂ ਰਿਹਾਈ ਚਾਹੁੰਦੇ ਆ ਤੇ ਕਿਹੜੇ ਉਹਨਾਂ ਦੇ ਕੇਸ ਨੇ ਤੇ ਕਿੰਨੀ ਜਿਹੜੀ ਸਜ਼ਾ ਉੱਪਰ ਹੋ ਚੁੱਕੀ ਹੈ। ਮੈਂ ਚਾਹੁੰਦਾ ਅੱਜ ਖੁੱਲ੍ਹ ਕੇ ਇਸ ਮਸਲੇ ਤੇ ਗੱਲ ਹੋਵੇ। ਦੇਖੋ, ਜੇ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੀਏ, ਇਹ ਜਿਹੜਾ ਮੋਰਚਾ ਹੈ ਇਹ 4 ਮੁੱਦਿਆਂ ਤੇ ਲੱਗਿਆ ਹੋਇਆ, ਹੈ ਨਾ। ਜੇ ਤੁਸੀਂ ਬੰਦੀ ਸਿੰਘਾਂ ਤੇ ਗੱਲ ਕਰ ਰਹੇ ਹੋ ਤਾਂ ਮੈਂ ਪਹਿਲਾਂ ਉਹਦੇ ਬਾਰੇ ਤੁਹਾਨੂੰ ਜਿੰਨੀ ਜਾਣਕਾਰੀ ਮੈਨੂੰ ਹੈ ਮੈਂ ਦਿੰਦਾ। ਉਹਦੇ 'ਚ ਇਹ ਹੈ ਕਿ 9 ਬੰਦੀ ਸਿੰਘਾਂ ਦੀ ਗੱਲ ਆਪਾਂ ਲੈ ਕੇ ਚੱਲੇ ਹਾਂ। ਇਹ ਬੜੀ ਵਾਰੀ ਸਵਾਲ ਉੱਠਦਾ ਹੈ ਕਿ ਪੁਲਿਸ ਨੇ ਤਾਂ ਹੋਰ ਬਹੁਤ ਸਾਰੇ ਸਿੰਘ ਨੇ ਜਿਹੜੇ ਉਹ ਫੜੇ ਹੋਏ ਨੇ, ਹੈ ਨਾ। ਉਹਨਾਂ ਦੀ ਗਿਣਤੀ ਜੇ ਆਪਾਂ ਕਰਨ ਲੱਗੀਏ ਤੇ ਲਗਭਗ 4 ਦਰਜਨ ਤੋਂ ਵੱਧ ਜਾਂਦੇ ਆ, ਜਿਨ੍ਹਾਂ ਨੂੰ ਪੁਲਿਸ ਨੇ ਅਲੱਗ-ਅਲੱਗ ਕੇਸਾਂ ਦੇ ਵਿੱਚ, ਕਿਸੇ ਦੇ ਘਰ ਤੋਂ ਲਿਟਰੇਚਰ ਫੜਿਆ ਗਿਆ, ਹੈ ਨਾ, ਉਹਨਾਂ ਨੂੰ ਇੱਕ ਜਿਹੜਾ ਰਾਸ਼ਟਰੀ ਕਾਨੂੰਨ ਹੈਗਾ ਉਹਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ। ਇਸੇ ਤਰ੍ਹਾਂ ਜਿਸ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਸੀ ਤਾਂ ਉਹ ਤਕਰੀਬਨ ਬੇਅਦਬੀ ਕਰਨ ਵਾਲਿਆਂ ਨੂੰ ਜਦੋਂ ਸਰਕਾਰਾਂ ਨੇ ਸਜ਼ਾ ਨਾ ਦਿੱਤੀ ਤਾਂ 7 ਤੋਂ ਵੱਧ ਲੋਕਾਂ ਦਾ ਕਤਲ ਹੋ ਚੁੱਕਿਆ ਜਿਨ੍ਹਾਂ ਨੇ ਬੇਅਦਬੀ ਕੀਤੀ ਸੀ, ਹੈ ਨਾ। ਉਹ ਸਿੰਘ ਵੀ ਇਸੇ ਤਰ੍ਹਾਂ ਕੁਛ NRI ਸਾਡੇ ਜਿਹੜੇ ਨੌਜਵਾਨ ਨੇ, ਜਿਸ ਤਰ੍ਹਾਂ ਜੱਗੀ ਜੌਲ ਜੀ ਹੋਰੀ ਹੋ ਗਏ, ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੋਇਆ। ਤਾਂ ਇਹ ਸਵਾਲ ਕਈ ਵਾਰੀ ਸੰਗਤਾਂ ਵੱਲੋਂ ਆਮ ਕਰ ਦਿੱਤਾ ਜਾਂਦਾ ਵੀ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ, ਹੈ ਨਾ। ਤਾਂ ਇਹ ਤੁਸੀਂ ਬੜਾ ਟੈਕਨੀਕਲ ਸਵਾਲ ਕੀਤਾ ਔਰ ਇਹ ਸੰਗਤ ਤੱਕ ਗੱਲ ਜਾਣੀ ਚਾਹੀਦੀ ਹੈ। ਦੇਖੋ, ਪੁਲਿਸ ਬਹੁਤ ਧੱਕਾ ਕਰਦੀ ਹੈ, ਬਹੁਤ ਸਾਰੇ ਨਿਰਦੋਸ਼ ਲੋਕ ਹੈ ਜਿਹੜੇ ਉਹਨਾਂ ਨੂੰ ਪੁਲਿਸ ਨੇ ਫੜ ਕੇ ਅੰਦਰ ਦਿੱਤਾ ਹੋਇਆ, ਹੈ ਨਾ। ਜਾਂ ਛੋਟੀ ਮੋਟੀ ਗਲਤੀ ਦੇ ਉੱਤੇ ਬਹੁਤ ਵੱਡੀਆਂ ਸਜ਼ਾਵਾਂ ਜਿਹੜੀਆਂ ਰਾਸ਼ਟਰੀ ਪੱਧਰ ਦੇ ਟਾਡਾ ਵਰਗੇ ਕਾਨੂੰਨ
ਤਾਂ ਜਾਂ UAPA ਲਾ ਕੇ ਉਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ। ਪਰ ਇਹ 9 ਸਿੰਘ ਨੇ ਜਿਹੜੇ, ਇਹ ਇਸ ਕਰਕੇ ਮਤਲਬ ਇਹਨਾਂ ਦਾ ਮੁੱਦਾ ਚੱਕਿਆ ਜਾ ਰਿਹਾ ਕਿ ਇਹਨਾਂ ਦੇ ਉੱਤੇ ਤਾਂ ਕਾਨੂੰਨ ਦੀ ਉਲੰਘਣਾ ਕਰ ਰਹੀ ਆ ਸਰਕਾਰ, ਸੰਵਿਧਾਨ ਦੀ ਅਣਦੇਖੀ ਕਰ ਰਹੀ ਹੈ ਨਾ। ਇਸੇ ਕਰਕੇ ਆਪਾਂ ਮਾਰਚ ਵੀ, ਰੋਸ ਮਾਰਚ ਵੀ ਗਣਤੰਤਰ ਦਿਵਸ ਵਾਲੇ ਦਿਨ ਰੱਖਿਆ। ਉਹ ਇਹ ਹੈ ਕਿ ਇਹ ਸਿੰਘ ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਹੈ ਨਾ। ਬਲਕਿ ਕਈ ਸਿੰਘ ਤਾਂ ਦੁੱਗਣੀਆਂ ਸਜ਼ਾਵਾਂ ਜਿਹੜੀਆਂ ਹੈਗੀਆਂ ਉਹ ਪੂਰੀਆਂ ਕਰ ਚੁੱਕੇ ਆ। ਜਿਸ ਤਰ੍ਹਾਂ ਆਪਾਂ ਗੁਰਮੀਤ ਸਿੰਘ ਜੀ ਖੇੜਾ ਹੋਰਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ 32 ਸਾਲ ਜਿਹੜੇ ਹੈਗੇ ਆ ਉਹ ਜੇਲ੍ਹ ਦੇ ਵਿੱਚ ਹੋ ਗਏ ਆ। ਉਹਨਾਂ ਦੇ ਉੱਤੇ ਇੱਕ ਕੇਸ ਦਿੱਲੀ 'ਚ ਚੱਲਦਾ ਹੈ, ਇੱਕ ਕੇਸ ਕਰਨਾਟਕਾ 'ਚ ਚੱਲਦਾ ਹੈ ਨਾ। ਪਹਿਲਾਂ ਕੇਸ ਦਿੱਲੀ 'ਚ ਚੱਲਦਾ ਹੈ ਤਾਂ ਉਹਨਾਂ ਦੀ ਸਜ਼ਾ ਸ਼ੁਰੂ ਹੋ ਜਾਂਦੀ ਹੈ, ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਰਨਾਟਕਾ ਦਾ ਕੇਸ ਚੱਲਦਾ ਹੈ। ਕਰਨਾਟਕਾ ਪੁਲਿਸ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਜਾਂਦੀ ਹੈ, ਫਿਰ ਉੱਥੇ ਰੱਖਦੀ ਹੈ। ਤਾਂ ਹਾਲਾਂਕਿ ਜੱਜ ਨੇ ਆਪਣੇ ਫੈਸਲੇ 'ਚ ਲਿਖਿਆ ਆ, ਹੈ ਨਾ, ਕਿ ਜਿਹੜੀਆਂ ਪਹਿਲਾਂ ਸਜ਼ਾਵਾਂ ਮਤਲਬ ਚੱਲ ਰਿਹਾ ਕੇਸ ਉਹਦੇ ਨਾਲ ਹੀ ਇਹ ਚੱਲੇਗਾ, ਪਰ ਬਾਵਜੂਦ ਇਹਦੇ ਜਿਹੜਾ ਹੈਗਾ ਉਹਨਾਂ ਨੂੰ 32 ਸਾਲ ਹੋ ਗਏ। ਅਤੇ ਭਾਰਤ ਦਾ ਜਿਹੜਾ ਕਾਨੂੰਨ ਹੈ ਜਿਹਦੇ 'ਚ ਆਮ ਤੌਰ ਦੇ ਉੱਤੇ ਦੇਖੋ, ਜਿਹੜੇ ਲੋਕ ਤਾਂ ਮਤਲਬ ਸਰਕਾਰ ਦੇ ਸੰਦ ਨੇ, ਹੈ ਨਾ, ਸਰਕਾਰ ਜਿਨ੍ਹਾਂ ਨੂੰ ਵਰਤਦੀ ਹੈ, ਟੂਲ ਨੇ, ਚਾਹੇ ਉਹ ਕੈਟ ਨੇ, ਚਾਹੇ ਉਹ ਪੁਲਿਸ ਹੈ, ਚਾਹੇ ਉਹ ਰਾਜਨੇਤਾ ਨੇ, ਹੈ ਨਾ, ਉਹਨਾਂ ਨੂੰ ਤਾਂ ਉਹ 2-3 ਸਾਲਾਂ ਦੇ ਵਿੱਚ ਜਿਹੜਾ ਹੈਗਾ ਕੈਬਨਿਟ 'ਚੋਂ ਮਤਾ ਪਾਸ ਕਰਕੇ ਰਾਜਪਾਲ ਉਹਨਾਂ ਨੂੰ ਛੱਡ ਦਿੰਦਾ ਹੈ ਨਾ। ਇਹ ਲੋਕ ਨੇ ਜਿਹੜੇ ਹਕੂਮਤ ਦੀਆਂ ਨਾਇਨਸਾਫੀਆਂ ਦੇ ਖਿਲਾਫ ਲੜੇ, ਹੈ ਨਾ। ਤਾਂ ਇਹਨਾਂ ਲੋਕਾਂ ਨੂੰ ਚਲੋ ਮੰਨ ਲਓ ਬਈ ਪੂਰੀ ਸਜ਼ਾ ਇਹਨਾਂ ਨੂੰ ਦੇਣੀ ਆ, ਤਾਂ ਉਹ ਸਜ਼ਾ ਵੀ 14 ਸਾਲ ਬਣਦੀ ਹੈ। ਇੱਕ ਘਟਨਾ ਦਾ ਮੈਂ ਹੋਰ ਜ਼ਿਕਰ ਕਰਨਾ ਚਾਹਾਂਗਾ, ਜਿਹੜੀ ਮਤਲਬ ਸਾਡੇ ਇਸ ਮੋਰਚੇ 'ਚ ਜੁੜੇ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਵਕੀਲਾਂ ਦੇ ਜ਼ਰੀਏ ਸਾਹਮਣੇ ਆਈ ਹੈ। ਕਿਉਂਕਿ ਜਿਸ ਦਿਨ ਗੱਲਬਾਤ ਹੋਈ ਸੀ ਪੁਲਿਸ ਪ੍ਰਸ਼ਾਸਨ ਨਾਲ, ਤਾਂ ਮੈਂ ਨਾਲ ਗਿਆ ਸੀ ਚੰਡੀਗੜ੍ਹ ਦੇ ਪ੍ਰਸ਼ਾਸਨ ਨਾਲ, ਤਾਂ ਉਹਦੇ ਵਿੱਚ ਉਹਨਾਂ ਨੂੰ ਕਿਹਾ ਕਿ ਸੁਪਰੀਮ ਕੋਰਟ ਨੇ ਆਰਡਰ ਕੀਤਾ ਸੀ ਯੂਪੀ ਜੇਲ੍ਹ ਜਿਹੜਾ ਹੈਗਾ ਜਾਂ ਯੂਪੀ ਸਰਕਾਰ ਨੂੰ, ਕਿ ਤੁਹਾਡੀ ਜੇਲ੍ਹ ਦੇ ਵਿੱਚ ਸਾਨੂੰ ਪਤਾ ਲੱਗਿਆ ਵੀ 16 ਸਾਲ ਤੋਂ ਬੰਦੇ ਇੱਥੇ ਬੰਦ ਨੇ, ਉਹ ਕਿਉਂ ਬੰਦ ਨੇ, ਹੈ ਨਾ। ਤਾਂ ਉਹਨਾਂ ਨੇ ਜਵਾਬ ਦਿੱਤਾ ਜੀ ਉਹਨਾਂ ਨੇ ਕੋਈ ਐਪਲੀਕੇਸ਼ਨ ਨਹੀਂ ਦਿੱਤੀ। ਤਾਂ ਉਹਨਾਂ ਨੇ ਆਪਣੀ ਜੱਜਮੈਂਟ 'ਚ ਕਿਹਾ ਕਿ ਐਪਲੀਕੇਸ਼ਨ ਦਾ ਕੀ ਮਤਲਬ ਹੈ, ਜਿਹਨੇ 16 ਸਾਲ ਲਾ ਲਏ ਉਹਨੂੰ ਛੱਡ ਦਿਓ, ਹੈ ਨਾ। ਤਾਂ ਅਮਰ ਸਿੰਘ ਚਾਹਲ ਹੋਰਾਂ ਨੇ ਇੱਥੋਂ ਦੇ ਜਿਹੜੇ DG ਜੇਲ੍ਹ ਨੇ ਉਹਨਾਂ ਨੂੰ ਪੁੱਛਿਆ ਬਈ ਆਪਣਾ ਪੰਜਾਬ 'ਚ ਕੋਈ ਕਾਨੂੰਨ ਨਹੀਂ ਹੈ ਵੀ ਬੰਦੇ ਤੁਸੀਂ ਕਿੰਨੇ ਸਾਲਾਂ ਤੋਂ ਰੱਖੇ ਹੋਏ ਨੇ। ਸੋ ਇੱਥੇ ਉਹਨਾਂ ਸਿੰਘਾਂ ਦੀ ਗੱਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਉਮਰ ਕੈਦ ਦੀਆਂ ਸਜ਼ਾਵਾਂ ਕੱਟ ਲੀਆਂ, ਉਹ ਤੋਂ ਦੁੱਗਣੀਆਂ ਸਜ਼ਾਵਾਂ ਭਰ ਲੀਆਂ, ਹੈ ਨਾ, ਪੂਰੀਆਂ ਜਿਹੜੀਆਂ ਭੁਗਤ ਰਹੇ ਆ, ਉਹ ਵੀ ਉਹਨਾਂ ਨੂੰ ਛੱਡ ਦਿਓ। ਸਰਕਾਰ ਕੋਲੇ ਕੋਈ ਲੌਜਿਕ ਹੀ ਨਹੀਂ ਹੈ ਉਹਨਾਂ ਨੂੰ ਅੰਦਰ ਰੱਖਣ। ਉਸੇ ਗੱਲ ਤੇ ਜਿਹੜੀ ਮੈਂ ਗੱਲ ਸ਼ੁਰੂ ਚ ਆਖੀ ਆ ਕਿ ਕਾਨੂੰਨੀ ਚਾਰਾਜੋਈ ਵੀ ਤਾਂ ਹੋ ਰਹੀ ਆ ਨਾ, ਕੀਤੀ ਵੀ ਆ, ਤੇ ਉੱਥੇ ਸਰਕਾਰ ਦਾ ਕੀ ਜਵਾਬ ਆ, ਜਾਂ ਕੋਈ ਜਵਾਬ ਹੀ ਨਹੀਂ ਹੈ। ਦੇਖੋ, ਸਰਕਾਰ ਦਾ ਜਵਾਬ ਉੱਥੇ ਲਾ ਐਂਡ ਆਰਡਰ ਜਿਹੜਾ ਹੈ, ਜਿਹਦੇ 'ਚ ਮੈਂ ਤੁਹਾਨੂੰ ਦੱਸਦਾ ਕਿ ਜਿਸ ਤਰ੍ਹਾਂ 6 ਸਿੰਘ ਨੇ ਜਿਹੜੇ 7 ਉਹ ਬੇਅੰਤ ਸਿੰਘ ਕਤਲਕਾਂਡ ਦੇ ਨਾਲ ਜੁੜੇ ਹੋਏ ਆ, ਹੈ ਨਾ। ਉਹਨਾਂ 'ਚੋਂ 6 ਤਾਂ ਆਪਣੇ ਮੋਰਚੇ ਤੋਂ 500 ਫੁੱਟ ਦੀ ਦੂਰੀ 'ਤੇ ਹੀ ਨੇ, ਹੈ ਨਾ। ਤਾਂ ਆਪਾਂ ਇੱਕ ਮੋਰਚੇ ਦਾ ਜਿਹੜਾ ਸਪੀਕਰ ਆ ਉਧਰ ਨੂੰ ਕਰਕੇ ਵੀ ਲਾਇਆ ਹੋਇਆ, ਕਿਉਂਕਿ ਪਹਿਲਾਂ ਨਹੀਂ ਸੀ ਲੱਗਾ, ਤਾਂ ਉਹ ਸਿੰਘਾਂ ਨੇ ਵਕੀਲਾਂ ਰਾਹੀਂ ਕਿਹਾ ਵੀ ਸਾਡੇ ਕੋਲੇ ਆਵਾਜ਼ ਆਉਣੀ ਚਾਹੀਦੀ ਹੈ ਨਾ। ਤੇ ਜੇਲ੍ਹ 'ਚ ਸੁਨੇਹਾ ਆਇਆ ਬੁੜੈਲ 'ਚ? ਹਾਂ, ਮਤਲਬ ਵਕੀਲਾਂ ਰਾਹੀਂ ਉਹਨਾਂ ਨੇ ਕਿਹਾ ਵੀ ਸਾਡੇ ਵਾਲੇ ਪਾਸੇ ਨੂੰ ਵੀ ਮੂੰਹ ਕਰਕੇ ਲਾਓ, ਹੈ ਨਾ। ਕਿਹੜੇ ਸਿੰਘ ਨੇ ਸੁਨੇਹਾ ਭੇਜਿਆ? ਚਲੋ ਕਿਸੇ ਨੇ ਭੇਜਤਾ, ਕਹਿਣ ਦਾ ਭਾਵ ਵੀ ਆਪਾਂ ਮੋਰਚੇ ਵੱਲੋਂ ਉਧਰ ਨੂੰ ਵੀ ਮੂੰਹ ਕਰਕੇ ਸਪੀਕਰ ਲਾਤਾ, ਹੈ ਨਾ। ਤੇ ਕਿਉਂਕਿ ਬੁੜੈਲ ਜੇਲ੍ਹ ਬਿਲਕੁਲ ਇੱਥੋਂ ਨਜ਼ਦੀਕ ਹੈ, ਉੱਥੋਂ ਤੱਕ ਆਵਾਜ਼ ਜਾਂਦੀ ਹੈ। ਤੇ 6 ਸਿੰਘ ਜਿਹੜੇ ਹੈਗੇ ਨੇ ਉਹ ਇੱਥੇ ਹੀ ਨੇ, ਬੇਅੰਤ ਸਿੰਘ ਕਤਲਕਾਂਡ ਦੇ ਨਾਲ ਜੁੜੇ ਹੋਏ। ਤੇ ਭਾਈ ਜਗਤਾਰ ਸਿੰਘ ਜੀ ਹਵਾਰਾ ਜਿਹੜੇ ਹੈਗੇ ਉਹ ਦਿੱਲੀ ਦੀ ਤਿਹਾੜ ਜੇਲ੍ਹ 'ਚ ਹੈ। ਇਹ ਵੀ ਬੜਾ ਦਿਲਚਸਪ ਹੈ ਕਿ ਦਿੱਲੀ ਉਹਨਾਂ 'ਤੇ ਕੋਈ ਕੇਸ ਨਹੀਂ ਹੈ, ਹੈ ਨਾ। ਜਿਸ ਵੇਲੇ ਜੇਲ੍ਹ ਬ੍ਰੇਕ ਤੋਂ ਬਾਅਦ ਉਹ ਦੁਬਾਰਾ ਫੜੇ ਜਾਂਦੇ ਆ ਪਟਿਆਲੇ ਤੋਂ, ਤਾਂ ਉਹ ਦਿੱਲੀ ਦੀ ਪੁਲਿਸ ਕੁਝ ਹੋਰ ਲੋਕਾਂ ਨੂੰ ਅਰੈਸਟ ਕਰਦੀ ਹੈ। ਉਹਨਾਂ ਨੂੰ ਪਤਾ ਵੀ ਬਾਅਦ 'ਚ ਜਾ ਕੇ ਲੱਗਦਾ, ਜਿਸ ਵੇਲੇ ਮਤਲਬ ਪੁਲਿਸ ਪਾਰਟੀ ਅੰਬਾਲਾ ਟੱਪ ਜਾਂਦੀ ਹੈ, ਵੀ ਇਹ ਤੇ ਭਾਈ ਜਗਤਾਰ ਸਿੰਘ ਹਵਾਰਾ ਹੈਗੇ ਆ, ਹੈ ਨਾ। ਤਾਂ ਉਹ ਦੂਸਰੇ ਜਿਨ੍ਹਾਂ ਨੇ ਕਿ ਉੱਥੇ ਇੱਕ ਫਿਲਮ ਸੀ ਜਿਹਦਾ ਵਿਰੋਧ ਕਰ ਰਿਹਾ ਸੀ, ਮਤਲਬ ਸਿੱਖ ਕੌਮ ਕਰ ਰਹੀ ਸੀ, ਤਾਂ ਉਹ ਫਿਲਮ ਉਹਦੇ ਬਾਵਜੂਦ ਵੀ ਲੱਗੀ ਸੀ, ਉਹ ਬੰਬ ਕਾਂਡ ਹੋ ਗਿਆ ਸੀ ਦਿੱਲੀ ਦੇ ਵਿੱਚ। ਤਾਂ ਉਹਨਾਂ ਸਿੰਘਾਂ ਦੀ ਗ੍ਰਿਫਤਾਰੀ ਮੌਕੇ ਇਹ ਅਰੈਸਟ ਹੋ ਜਾਂਦੇ ਆ। ਤਾਂ ਇਹਨਾਂ ਨੂੰ ਹੁਣ ਬਿਨਾਂ ਗੱਲ ਤੋਂ ਹੀ ਉੱਥੇ ਰੱਖਿਆ ਗਿਆ। ਹਾਲਾਂਕਿ ਇੱਥੋਂ ਦੇ ਜੱਜ ਜਿਹੜੇ ਹੈਗੇ ਨੇ ਉਹਨਾਂ ਨੇ ਕੋਈ ਅਜਿਹੇ ਕੇਸ ਹੈ 4 ਕੇਸ ਜਿਨ੍ਹਾਂ ਦੇ ਅਜੇ ਟ੍ਰਾਇਲ ਪੂਰੇ ਨਹੀਂ ਹੋਏ, ਜਿਨ੍ਹਾਂ 'ਚੋਂ 2 ਕੇਸ ਹੁਣ ਲਗਾਤਾਰ ਚੱਲ ਰਹੇ ਨੇ। ਇੱਕ ਦੀ ਤਰੀਕ 3 ਫਰਵਰੀ ਨੂੰ ਮੋਹਾਲੀ 'ਚ ਹੈ,
1 ਦੀ ਤਰੀਕ ਜਿਹੜੀ ਹੈਗੀ ਆ ਉਹ 18 ਫਰਵਰੀ ਨੂੰ ਚੰਡੀਗੜ੍ਹ 'ਚ ਹੈ। ਤਾਂ ਚੰਡੀਗੜ੍ਹ ਦੇ ਜੱਜ ਸਾਹਿਬਾਨ ਨੇ ਇਹ ਬਕਾਇਦਾ ਲਿਖਿਆ ਸੀਗਾ ਕਿ ਮਤਲਬ ਉਹਨਾਂ ਨੂੰ ਤੁਸੀਂ ਲੈ ਕੇ ਆਓ, ਕਿਉਂਕਿ ਟ੍ਰਾਇਲ ਚੱਲਣਾ ਹੈ ਤਾਂ ਦੋ ਸ਼ਾਇਦ ਹੋਣੇ ਨੇ, ਦੋ ਸ਼ਾਇਦ ਹੋਣੇ ਆ ਤਾਂ ਦੋਸ਼ੀ ਦੇ ਸਾਈਨ ਹੋਣੇ ਆ, ਹੈ ਨਾ। ਤਾਂ ਇਹਨਾਂ ਦੇ ਵਕੀਲਾਂ ਨੇ ਕਿਹਾ ਵੀ ਉਹ ਖੁਦ ਆ ਕੇ ਸਾਈਨ ਕਰਨਗੇ, ਤਾਂ ਪ੍ਰੋਡਕਸ਼ਨ ਵਾਰੰਟ ਤੇ ਉਹਨਾਂ ਨੂੰ ਇੱਥੇ ਲਿਆਉਣਾ ਬਣਦਾ ਹੈ। ਤਾਂ ਪਿੱਛੇ ਜੇ ਤੁਸੀਂ ਸ਼ਾਇਦ ਨੋਟ ਕੀਤਾ ਹੋਣਾ, ਅਖਬਾਰਾਂ ਦੇ ਵਿੱਚ ਵੀ ਖਬਰ ਆਈ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਆ ਰਹੇ ਆ, ਵੀ ਹੁਣ ਤਾਂ ਜੱਜ ਨੇ ਕਹਿਤਾ ਆਉਣਗੇ ਹੀ, ਹੈ ਨਾ। ਇਸ ਕਰਕੇ ਕੁਝ ਪੱਤਰਕਾਰਾਂ ਨੇ, ਅਖਬਾਰਾਂ ਨੇ ਲਿਖਿਆ, ਪਰ ਉਹਨਾਂ ਨੂੰ ਨਹੀਂ ਭੇਜਿਆ ਗਿਆ। ਹੁਣ ਉਹ ਭੇਜਿਆ ਕਿਉਂ ਨਹੀਂ ਜਾਂਦਾ? ਉਹ ਕਹਿੰਦੇ ਜੀ ਮਤਲਬ ਅਮਨ ਕਾਨੂੰਨ ਦਾ ਮਸਲਾ ਹੈਗਾ, ਇਹਨਾਂ ਨੂੰ ਲਿਆਉਣ ਵਾਸਤੇ ਜਾਣੀ ਸਾਡੇ ਕੋਲੇ ਫੋਰਸ ਨਹੀਂ ਹੈਗੀ, ਸੁਰੱਖਿਆ ਸਾਧਨਾਂ ਦੀ ਘਾਟ ਹੈ, ਹੈ ਨਾ। ਸੋ ਬਹੁਤ ਹਾਸੇ ਵਾਲੇ ਤਰਕ ਜਿਹੜੇ ਹੈਗੇ ਆ ਦੇ ਕੇ ਇਹ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਨਾ। ਮਤਲਬ ਕਿ ਸਰਕਾਰ ਲਈ ਤਾਂ ਸੰਭਵ ਕੁਝ ਵੀ ਨਹੀਂ ਹੈ ਸੁਰੱਖਿਆ ਦੇ ਮਸਲੇ 'ਚ ਤਾਂ। ਬਿਲਕੁਲ ਅਸੀਂ ਉਹ ਵੀ ਵਿਦਨ ਮਤਲਬ ਆਪਣੀ ਕੰਟਰੀ। ਦੇਖੋ ਦੇਸ਼ ਦੇ ਵਿੱਚ ਕਿੰਨੀਆਂ ਮੂਵਮੈਂਟਸ ਚੱਲ ਰਹੀਆਂ ਹੈ ਨਾ, ਕੁਝ ਹਥਿਆਰਬੰਦ ਮੂਵਮੈਂਟ ਵੀ ਚੱਲ ਰਹੀਆਂ, ਨਕਸਲਾਈਟ ਨੇ, ਇਸੇ ਤਰ੍ਹਾਂ ਜੰਮੂ ਕਸ਼ਮੀਰ 'ਚ ਚੱਲ ਰਹੀਆਂ। ਚਾਈਨਾ ਨਾਲ ਸਾਡੀ ਨਿੱਤ ਲੜਾਈ ਹੁੰਦੀ ਆ, ਪਾਕਿਸਤਾਨ ਨੂੰ ਅਸੀਂ ਰੋਜ਼ ਦਬਕੇ ਮਾਰਦੇ ਆ, ਹੈ ਨਾ। ਫਿਰ ਐਡੇ ਐਡੇ ਦੇਸ਼ਾਂ ਨਾਲ ਅਸੀਂ ਕਿਵੇਂ ਲੜਾਂਗੇ ਜੇ ਸਾਡੇ ਆਪਦੇ ਹੀ ਮਤਲਬ ਜਿਹੜੇ ਹੈਗੇ ਆ, ਜਿਨ੍ਹਾਂ ਨੂੰ ਇਹ ਕਹਿੰਦੇ ਨੇ ਵੀ ਇਹ ਮੁਰਜਮ ਨੇ ਔਰ ਇਹ ਇੰਨੇ ਖਤਰਨਾਕ ਨੇ, ਹੈ ਨਾ। ਹਾਲਾਂਕਿ ਆਪਾਂ ਦੇਖਿਆ ਕਿ ਗੈਂਗਸਟਰ ਜਿਹੜੇ ਹੈਗੇ ਆ, ਹੈ ਨਾ, ਜਿਹੜੇ ਕਿ ਮਤਲਬ ਜੇਲ੍ਹਾਂ 'ਚ ਬੈਠੇ ਵੀ ਜਿਨ੍ਹਾਂ ਨੇ ਕਤਲ ਕਰਵਾਏ ਪੁਲਿਸ ਦੇ ਕਹਿਣ ਮੁਤਾਬਕ, ਹੈ ਨਾ, ਜੇ ਅਸੀਂ ਉਹਨਾਂ ਨੂੰ ਪੇਸ਼ ਕਰ ਸਕਦੇ ਹਾਂ ਤਾਂ ਬੰਦੀ ਸਿੰਘਾਂ ਨੇ ਤਾਂ ਮਤਲਬ ਆਪਦਾ ਕੰਮ ਕਰਨ ਤੋਂ ਬਾਅਦ ਜਿਹੜਾ ਈਵੈਂਟ ਉਹਨਾਂ ਨੇ ਕੀਤਾ ਬੇਅੰਤ ਸਿੰਘ ਦੇ ਕਤਲ ਦਾ, ਉਹ ਬੇਅੰਤ ਸਿੰਘ ਜਿਨੇ ਮਤਲਬ ਹਜ਼ਾਰਾਂ ਦੀ ਗਿਣਤੀ 'ਚ ਉਸ ਵੇਲੇ KPS ਗਿੱਲ ਵਰਗਿਆਂ ਦੇ ਨਾਲ ਰਲ ਕੇ, ਹੈ ਨਾ, ਰਬੇਰੋ ਵਰਗੇ ਜੋ ਵੀ ਸੀ, ਤਾਂ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ ਕੇ ਮਾਰਿਆ, ਹੈ ਨਾ। ਤਾਂ ਕੋਈ ਸੁਣਵਾਈ ਨਹੀਂ ਸੀ ਹੁੰਦੀ। ਅੱਜ ਤੱਕ ਸਜ਼ਾਵਾਂ ਹੋ ਰਹੀਆਂ ਪੁਲਿਸ ਅਫਸਰਾਂ ਨੂੰ, ਆਪਾਂ ਦੇਖ ਰਹੇ ਹਾਂ। ਫਿਰ ਸਰਕਾਰਾਂ 1.5-2 ਸਾਲ ਬਾਅਦ ਉਹਨਾਂ ਨੂੰ ਛੱਡ ਦਿੰਦੀਆਂ, ਸਭ ਨੂੰ ਪਤਾ ਹੈ, ਇਹ ਆਪਾਂ ਅਖਬਾਰਾਂ 'ਚ ਪੜ੍ਹਦੇ ਹਾਂ, ਜੱਗ ਜ਼ਾਹਰ ਹੈ ਨਾ। ਤਾਂ ਉਹੋ ਜਿਹੇ ਦੁਸ਼ਟ ਨੂੰ ਸੋਧਿਆ ਉਸ ਵੇਲੇ ਜਿਸ ਵੇਲੇ ਸੁਣਵਾਈ ਕੋਈ ਨਹੀਂ ਸੀ, ਕਿਉਂਕਿ ਗੁਰੂ ਸਾਹਿਬ ਜਿਨ੍ਹਾਂ ਤੇ ਸਾਡਾ ਵਿਸ਼ਵਾਸ ਹੈ ਕੀਦਾ, ਜਿਨ੍ਹਾਂ ਕਰਕੇ ਅੱਜ ਕੌਮ ਹੈ ਨਾ, ਤਾਂ ਉਹ ਕਹਿੰਦੇ ਆ ਕਿ ਚੂਕਾਰ ਹਮਾਹੀਲ ਤੇ ਦਰਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਜਿਸ ਵੇਲੇ ਸਾਰੇ ਗੱਲਬਾਤ ਦੇ ਰਸਤੇ ਬੰਦ ਹੋ ਜਾਣ ਤਾਂ ਉਸ ਵੇਲੇ ਤੁਹਾਡਾ ਹੱਥ ਤਲਵਾਰ ਦੇ ਮੁੱਠੇ ਤੇ ਜਾਣਾ ਚਾਹੀਦਾ। ਤਾਂ ਉਹਨਾਂ ਦਾ ਹੱਥ ਉਸ ਵੇਲੇ ਅਸਾਲਟਾਂ ਤੇ ਜਾਂ ਬੰਬਾਂ ਤੇ ਜਾਂਦਾ ਹੈ ਜਿਸ ਵੇਲੇ ਕੋਈ ਸੁਣਵਾਈ ਨਹੀਂ ਸੀ, ਹੈ ਨਾ। ਜਥੇਦਾਰ ਜਗਤਾਰ ਸਿੰਘ ਹਵਾਰਾ ਤੇ ਉਹਨਾਂ ਦੇ ਸਾਥੀਆਂ ਨੇ ਉਸ ਬੰਦੇ ਦਾ ਇੱਕ ਸਿੰਬੋਲਿਕ ਕਤਲ ਕੀਤਾ, ਜਿਹੜਾ ਕਿ ਸਭ ਤੋਂ ਸਿਰਮੌਰ ਕੁਰਸੀ ਤੇ ਬੈਠਾ ਸੀ, ਹੈ ਨਾ। ਜਿਸ ਤਰ੍ਹਾਂ ਉਸ ਤੋਂ ਪਹਿਲਾਂ ਭਾਈ ਬੇਅੰਤ ਸਿੰਘ ਤੇ ਸਤਵੰਤ ਸਿੰਘ ਉਸ ਸਿਰਮੌਰ ਰਾਣੀ ਦਾ ਕਤਲ ਕਰਦੇ ਆ, ਦੇਸ਼ ਦੀ ਰਾਣੀ ਦਾ, ਜਿਹਨੇ ਸਿੱਖਾਂ ਦੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਇਆ, ਹੈ ਨਾ, ਤੇ ਸ਼੍ਰੀ ਦਰਬਾਰ ਸਾਹਿਬ ਤੇ ਗੋਲੀਆਂ ਚਲਾਈਆਂ ਤੇ ਉੱਥੇ ਖੂਨ ਦੀਆਂ ਨਦੀਆਂ ਬਹਾ ਦਿੱਤੀਆਂ। ਤਾਂ ਉਹਨਾਂ ਦੀ ਬਹੁਤ ਅਸੀਂ ਨਹੀਂ ਭੁੱਲ ਸਕਦੇ। ਇਹਨਾਂ ਨੇ ਸਾਡੇ ਸਿਰਾਂ ਤੇ ਡਿੱਗੀਆਂ ਪੱਗਾਂ ਰੱਖੀਆਂ, ਕਿਉਂਕਿ ਕੌਮਾਂ ਜਿਉਂਦੀਆਂ ਨੇ ਮਤਲਬ ਆਪਣੇ ਸ਼ਹੀਦਾਂ ਦੇ ਕਾਰਨਾਮਿਆਂ ਤੇ, ਇਤਿਹਾਸ ਬਣਦੇ ਨੇ, ਉਹਨਾਂ ਇਤਿਹਾਸਾਂ ਤੋਂ ਪ੍ਰੇਰਨਾ ਮਿਲਦੀ ਹੈ ਨਾ। ਤਾਂ ਇਹ ਬੰਦੇ ਜੇਲ੍ਹ 'ਚ ਜਾਣ ਤੋਂ ਬਾਅਦ ਇਹ ਦੱਸਣ ਕਿ ਉਹਨਾਂ ਨੇ ਇੱਕ ਵੀ ਕਾਂਡ ਕੀਤਾ ਹੈ ਨਾ। ਜੇ ਆਪਾਂ ਗੈਂਗਸਟਰਾਂ ਨੂੰ ਲਿਆ ਸਕਦੇ ਹਾਂ, ਹੈ ਨਾ, ਜਿਹੜੇ ਅੰਦਰ ਬੈਠੇ ਕੁਝ ਵੀ ਕਰ ਸਕਦੇ ਆ, ਪੁਲਿਸ ਉਹਨਾਂ ਤੋਂ ਕੰਬਦੀ ਆ, ਅਫਸਰ ਕੰਬਦੇ ਆ, ਹੈ ਨਾ, ਤਾਂ ਇਹ ਸਿੰਘ ਤਾਂ ਉੱਥੇ ਮਤਲਬ ਆਪਦਾ ਕੰਮ ਉਹਨਾਂ ਨੇ ਕੀਤਾ ਔਰ ਉਸ ਕੰਮ ਨੂੰ ਕਿਸੇ ਲਈ ਉਹ ਜਾਇਜ਼ ਹੈ, ਕਿਸੇ ਲਈ ਨਜਾਇਜ਼ ਹੈ ਨਾ। ਉਹਨਾਂ ਨੂੰ ਛੱਡਣਾ ਬਣਦਾ। ਇਹ ਕੋਈ ਬਹਾਨਾ ਨਹੀਂ ਹੈ ਕਿ ਅਮਨ ਕਾਨੂੰਨ ਦੀ। ਹੁਣ ਤੁਸੀਂ ਦੇਖੋ 3 ਸਿੰਘ ਅਜਿਹੇ ਆ ਜਿਨ੍ਹਾਂ ਦੇ ਉੱਤੇ ਟਾਡਾ ਵੀ ਨਹੀਂ ਲੱਗਿਆ ਹੋਇਆ, ਹੈ ਨਾ, ਜਿਨ੍ਹਾਂ ਨੂੰ ਪੰਜਾਬ ਸਰਕਾਰ ਅੱਜ ਛੱਡ ਸਕਦੀ। ਉਹ ਸਿੰਘ ਕਿਹੜੇ ਨੇ? ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ ਤੇ ਭਾਈ ਲਖਵਿੰਦਰ ਸਿੰਘ। ਉਹਨਾਂ ਦੀਆਂ ਸਿੰਘ ਉਹ ਜਿਹੜੇ ਪਿੱਛੇ ਹੁਣੀ ਪੈਰੋਲ ਤੇ ਆਏ ਸੀ। ਹਾਂਜੀ ਹਾਂਜੀ, ਇਹ ਤਿੰਨਾਂ ਸਿੰਘਾਂ ਨੂੰ ਪਰੋਲ ਜਿਹੜੀ ਹੈਗੀ ਆ ਉਹ ਮਿਲਣੀ ਸ਼ੁਰੂ ਹੋਈ ਜਦੋਂ ਸੰਘਰਸ਼ ਹੋਇਆ। ਉਦੋਂ ਪਹਿਲਾਂ ਤਾਂ ਕਿਸੇ ਨੇ ਪਰੋਲ ਵੀ ਨਹੀਂ ਦਿੱਤੀ। 13 ਦੇ ਵਿੱਚ ਸੰਘਰਸ਼ ਦੀ ਗੱਲ ਸ਼ੁਰੂ ਹੁੰਦੀ ਹੈ, 2013 ਚ ਆ ਕੇ। ਬਿਲਕੁਲ 13 ਦੇ ਵਿੱਚ ਭਾਈ ਗੁਰਬਖਸ਼ ਸਿੰਘ ਜਿਹੜੇ ਹੈਗੇ ਉਹ ਮਰਨ ਵਰਤ ਤੇ ਬੈਠਦੇ ਆ ਔਰ ਉਸ ਵੇਲੇ ਪਰੋਲ ਜਿਹੜੀ ਹੈਗੀ ਆ ਮਿਲਣੀ ਸ਼ੁਰੂ ਹੁੰਦੀ ਹੈ। ਤਾਂ ਉਦੋਂ ਪਹਿਲਾਂ ਇਹਨਾਂ ਨੂੰ ਪਰੋਲ ਵੀ ਨਹੀਂ ਮਿਲੀ, ਹਾਲਾਂਕਿ ਮਤਲਬ 20 ਸਾਲ ਇਹਨਾਂ ਨੂੰ 22 25 ਹੋ ਗਏ ਸੀ, ਹੈ ਨਾ। ਤੇ ਹੁਣ ਵੀ ਇਹਨਾਂ ਨੂੰ 25 ਤੋਂ ਜਿਹੜਾ 32 ਸਾਲਾਂ ਤੱਕ ਇਹ ਜੇਲ੍ਹ 'ਚ ਨੇ। ਸੋ ਭਾਈ ਜਗਤਾਰ ਸਿੰਘ ਹਵਾਰਾ ਫਿਰ ਜਿਸ ਵੇਲੇ ਦੇਖੋ ਕਿੰਨਾ ਕੁਛ ਹੋਇਆ, ਚੱਬੇ ਦੀ ਧਰਤੀ ਤੇ ਲੱਖਾਂ ਲੋਕਾਂ ਦਾ ਇਕੱਠ, ਹੈ ਨਾ, ਲੋਕਾਂ ਦੀਆਂ ਭਾਵਨਾਵਾਂ ਕਿਵੇਂ ਜੁੜੀਆਂ ਨੇ। ਜਿਸ ਵੇਲੇ ਭਾਈ ਜਗਤਾਰ ਸਿੰਘ ਹਵਾਰਾ ਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਨਾਂ ਐਲਾਨਿਆ ਜਾਂਦਾ ਹੈ ਤਾਂ ਉਹ ਦ੍ਰਿਸ਼ ਦੇਖਿਆ ਬਣਦਾ ਸੀ। 4 ਤੋਂ 5 ਮਿੰਟ ਲਗਾਤਾਰ ਜਕਾਰੇ ਲੱਗਦੇ ਹੈ ਨਾ। ਤਾਂ ਉਹ ਲੱਖਾਂ ਦਾ ਇਕੱਠ, ਠੀਕ ਹੈ, ਪੁਲਿਸ ਦਾ ਨਜ਼ਰੀਆ ਉਹਨਾਂ ਪ੍ਰਤੀ ਬਦਲਿਆ। ਬਾਪੂ
ਜੀ ਦੱਸਦੇ ਹੁੰਦੇ ਆ ਗੁਰਚਰਨ ਸਿੰਘ, ਜਿਹੜੇ ਕਿ ਉਹਨਾਂ ਦੇ ਧਰਮ ਦੇ ਪਿਤਾ ਹੈਗੇ ਆ, ਕਿਉਂਕਿ ਆਪਣੇ ਪਿਤਾ ਉਹਨਾਂ ਦੇ ਪੂਰੇ ਹੋ ਚੁੱਕੇ ਆ। ਤਾਂ ਉਹ ਕਹਿੰਦੇ ਵੀ ਉਦੋਂ ਪਹਿਲਾਂ ਮੈਨੂੰ ਇਹ ਕਿਹਾ ਜਾਂਦਾ ਸੀਗਾ, ਕਿਉਂਕਿ ਉਹ ਬੱਬਰਾਂ, ਜਿੰਨੇ ਵੀ ਬੱਬਰ ਨੇ ਉਹਨਾਂ ਦੀਆਂ ਮੁਲਾਕਾਤਾਂ ਕਰਦੇ ਰਹੇ ਆ, ਉਹਨਾਂ ਨੂੰ ਰਾਸ਼ਨ ਜਾ ਕੇ ਦਿੰਦੇ ਰਹੇ ਆ, ਉਹਨਾਂ ਦੀਆਂ ਪਰੋਲ ਜਿਹੜੀਆਂ ਭਾਈ ਗੁਰਮੀਤ ਸਿੰਘ ਨੂੰ ਪਿੱਛੇ ਜੇ ਲੈ ਕੇ ਆਏ ਸੀ, ਮੈਂ ਵੀ ਉਸ ਦਿਨ ਨਾਲ ਸੀ। ਤਾਂ ਉਹ ਕਹਿੰਦੇ ਵੀ ਪਹਿਲਾਂ ਉਹ ਕਹਿੰਦੇ ਸੀਗੇ ਵੀ ਹਾਂਜੀ ਗੁਰਚਰਨ ਸਿੰਘ ਜੀ ਹਵਾਰੇ ਦਾ ਕੀ ਪ੍ਰੋਗਰਾਮ ਹੈ ਨਾ, 2015 ਦੀ ਪਹਿਲਾਂ ਗੱਲ ਹੈ। ਅੱਜ ਉਹ ਕਹਿੰਦੇ ਆ ਵੀ ਬਾਪੂ ਜੀ ਜਥੇਦਾਰ ਜੀ ਦਾ ਕੀ ਪ੍ਰੋਗਰਾਮ ਹੈ ਨਾ। ਤਾਂ ਇਸ ਤਰ੍ਹਾਂ CID ਵਾਲੇ IB ਵਾਲੇ ਉਹਨਾਂ ਨੂੰ ਪੁੱਛਦੇ ਆ। ਮੈਂ ਜੀ ਗੱਲ ਕਰਾਂ, ਜਿਸ ਤਰ੍ਹਾਂ ਪੰਜਾਬ ਸਰਕਾਰ ਨੂੰ ਵਿੱਚ ਤੁਸੀਂ ਬੋਲਦੇ ਹੋ ਲਗਾਤਾਰ, ਮੈਂ ਸੁਣਦਾ, ਤੁਸੀਂ ਪੰਜਾਬ ਸਰਕਾਰ ਨੂੰ ਵੀ ਇਸ ਮਸਲੇ ਤੇ ਕਟਹਿਰੇ 'ਚ ਲੈ ਕੇ ਆਉਂਦੇ ਹੋ, ਤੇ ਪੰਜਾਬ ਸਰਕਾਰ ਦਾ ਕੀ ਰੋਲ ਆ ਸਿੱਧੇ ਤੌਰ ਤੇ? ਜਾਂ ਨਾ ਮੈਂ ਇਹ ਵੀ ਪੁੱਛੂੰਗਾ ਇਸ ਮਸਲੇ ਤੇ ਪੰਜਾਬ ਸਰਕਾਰ ਤੱਕ ਗੱਲ ਪਹੁੰਚੀ ਤਾਂ ਉਹਨਾਂ ਦਾ ਸਟੈਂਡ ਕੀ ਆ? ਕੀ ਪੰਜਾਬ ਸਰਕਾਰ ਦੇ ਹੱਥ ਵੱਸ ਕੁਝ ਹੈ, ਕੋਈ ਅਜਿਹਾ ਸਿੰਘ ਹੈ ਜੋ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੀ ਮਤਲਬ ਰਿਹਾਈ ਹੋ ਸਕਦੀ ਹੈ ਪੰਜਾਬ ਸਰਕਾਰ ਵੱਲੋਂ? ਦੇਖੋ ਸਰਕਾਰ ਜਿਹੜੀ ਹੁੰਦੀ ਹੈ ਉਹ ਇਸ ਲਈ ਹੁੰਦੀ ਹੈ ਕਿ ਉਹ ਲੋਕਾਂ ਨੂੰ ਨਿਆਂ ਤੇ ਇਨਸਾਫ ਦੇਵੇ, ਹੈ ਨਾ। ਸਰਕਾਰ ਤਾਂ ਚੁੱਪ ਵੱਠੀ ਬੈਠੀ ਹੈ ਨਾ। ਬਜਾਏ ਮੈਂ ਦੱਸਾਂ ਜਾਂ ਮੋਰਚੇ ਦਾ ਕੋਈ ਆਗੂ ਦੱਸੇ, ਹੋਰ ਸਰਕਾਰ ਨੂੰ ਖੁਦ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ, ਬੈਠ ਕੇ ਕੁਰਸੀ ਤੇ ਸਾਨੂੰ ਬੁਲਾ ਕੇ ਕਰਨੀ ਚਾਹੀਦੀ ਹੈ, ਸਾਡੇ ਵਕੀਲਾਂ ਨੂੰ ਨਾਲ ਬਿਠਾ ਕੇ ਕਰਨੀ ਚਾਹੀਦੀ ਹੈ, ਇਸ ਮੋਰਚੇ ਦੇ ਵਕੀਲਾਂ ਨੂੰ, ਹੈ ਨਾ। ਉਹਦੇ 'ਚ ਜਿਵੇਂ ਮੰਨ ਲਓ ਵੀ ਪਹਿਲਾਂ ਪਰੋਲ ਮਿਲਦੀ ਸੀਗੀ, ਆ ਪਿੱਛੇ ਜੇ COVID-19 ਦੇ ਦੌਰਾਨ ਭਾਈ ਲਖਵਿੰਦਰ ਸਿੰਘ, ਗੁਰਮੀਤ ਸਿੰਘ ਤੇ ਸ਼ਮਸ਼ੇਰ ਸਿੰਘ ਹੋਰਾਂ ਨੂੰ ਪਰੋਲ ਮਿਲੀ। ਇਸ ਸਰਕਾਰ ਨੇ ਤਾਂ ਉਹਨਾਂ ਦੀ ਵੀ ਪਰੋਲ ਬੰਦ ਕਰਤੀ, ਹੈ ਨਾ। ਮਤਲਬ ਲੁਧਿਆਣੇ ਤੇ ਪਟਿਆਲੇ ਦੇ ਡਿਪਟੀ ਕਮਿਸ਼ਨਰ ਇਹ ਲਿਖਦੇ ਆ ਵੀ ਅਮਨ ਕਾਨੂੰਨ ਨੂੰ ਖਤਰਾ ਹੈ ਜੇ ਇਹ ਬਾਹਰ ਆਉਣਗੇ, ਕਿਉਂਕਿ ਸਰਕਾਰ ਦਾ ਜਿਹੜਾ ਕਾਰਜਪਾਲਕ ਅੰਗ ਹੈ ਨਾ, ਜਿਹਦੇ 'ਚ ਡਿਪਟੀ ਕਮਿਸ਼ਨਰ ਹੈ, SSP ਆ, ਪੁਲਿਸ ਪ੍ਰਸ਼ਾਸਨ ਹੈ ਸਾਰਾ, ਉਹ ਇਹਨਾਂ ਦੇ ਅਕੋਰਡਿੰਗਲੀ ਚੱਲਦਾ ਹੈ ਨਾ। ਇਹ ਤਿੰਨੇ ਅੰਗ ਸੰਵਿਧਾਨ ਦੇ ਜਿਹੜੇ ਹੈਗੇ ਆ ਹੁਣ ਮਿਲ ਕੇ ਚੱਲਣ ਲੱਗ ਪਿਆ, ਹੈ ਨਾ। ਹਾਲਾਂਕਿ ਇਹਨਾਂ ਦਾ ਕੰਮ ਇੰਡੀਪੈਂਡੈਂਟ ਹੈ, ਉਹਨਾਂ ਨੂੰ ਕਿਸੇ ਦਾ ਦਬਾਅ ਨਹੀਂ ਮੰਨਣਾ ਚਾਹੀਦਾ, ਕੰਮ ਮਿਲ ਕੇ ਕਰਨਾ ਚਾਹੀਦਾ, ਪਰ ਐਂ ਨਹੀਂ ਵੀ ਉਹ ਉਹਦੇ ਇਸ਼ਾਰਿਆਂ ਤੇ ਨੱਚੇ। ਜਿਵੇਂ ਅੱਜ ਮਤਲਬ ਸੱਤਾਸ਼ੀਲ ਲੋਕਾਂ ਦੇ ਇਸ਼ਾਰਿਆਂ ਤੇ ਪ੍ਰਸ਼ਾਸਨ ਨੱਚਦਾ ਹੈ, ਪੁਲਿਸ ਨੱਚਦੀ ਹੈ, ਡਿਪਟੀ ਕਮਿਸ਼ਨਰ SDM ਨੱਚਦੇ ਆ, ਹੈ ਨਾ। ਇਸੇ ਤਰ੍ਹਾਂ ਕੋਰਟ ਦੇ ਨਾਲ ਤਾਲਮੇਲ ਬਣਾ ਕੇ ਰੱਖਦੇ ਆ, ਤੇ ਇਹਨਾਂ ਦੇ ਵਿੱਚ ਇੱਕ ਨਵੀਂ ਤਰ੍ਹਾਂ ਦਾ ਇੱਕ ਮਾਫੀਆ ਪਣਪ ਗਿਆ, ਹੈ ਨਾ। ਜਿਹੜੇ ਲੋਕ ਲਟੇਰੇ ਹੈ ਨਾ ਇਹਨਾਂ ਕੁਰਸੀਆਂ ਤੇ ਬੈਠੇ ਹੋਏ, ਤੁਸੀਂ ਉਹਨਾਂ ਦੀ ਚੜ੍ਹਦੀ ਕਲਾ ਵੇਖੋ, ਉਹਨਾਂ ਦੀ ਜੈ ਜੈਕਾਰ ਹੁੰਦੀ ਵੇਖੋ, ਉਹਨਾਂ ਦੇ ਕੰਮ, ਉਹਨਾਂ ਦੁਆਰਾ ਕੀਤਾ ਜਾ ਰਿਹਾ ਅਨਿਆਂ, ਉਹਨਾਂ ਦੁਆਰਾ ਲੱਗਦੇ ਧਰਨੇ, ਘਿਰਦੇ ਠਾਣੇ, ਠੀਕ ਆ, ਉਹਨਾਂ ਬਾਰੇ ਲੱਗਦੀਆਂ ਖਬਰਾਂ, ਬਣਦੀਆਂ ਸਟੋਰੀਆਂ ਦੇਖੋ, ਤੇ ਸਾਡਾ ਸਿਰ ਸ਼ਰਮ ਦੇ ਨਾਲ ਝੁਕ ਜਾਂਦਾ ਹੈ, ਕਿਉਂਕਿ ਇੱਕ ਮਾਫੀਆ ਬਣ ਗਿਆ। ਉਹਦੇ 'ਚ ਜੱਜ ਵੀ ਹੈ, ਉਹਦੇ 'ਚ SSP ਵੀ ਹੈ ਨਾ, DC ਵੀ ਹੈ, ਵੱਡੇ ਵੱਡੇ ਅਫਸਰ ਹੈ ਉਹ, ਤੇ ਇਹ ਤਾਂ ਹੈ ਹੀ, ਇਹ ਜਿਹੜੇ ਸੱਤਾਸ਼ੀਲ ਲੋਕ ਨੇ, ਹੈ ਨਾ, ਇਹ ਤਾਂ ਖਿਡਾਉਂਦੇ ਨੇ ਉਹਨਾਂ ਨੂੰ ਸਾਰਿਆਂ ਨੂੰ। ਸੋ ਕਹਿਣ ਦਾ ਭਾਵ ਵੀ ਉਹਨਾਂ ਤਿੰਨਾਂ ਦੀਆਂ ਪਰੋਲ ਜਿਹੜੀਆਂ ਪਹਿਲਾਂ ਕਾਂਗਰਸ 'ਚ ਮਿਲ ਰਹੀਆਂ ਸੀ, 8-9 ਮਹੀਨੇ COVID-19 ਦੇ ਦੌਰਾਨ ਉਹ ਬਾਹਰ ਆਏ, ਕਿਸੇ ਨੂੰ ਪਤਾ ਤੱਕ ਨਹੀਂ ਲੱਗਿਆ ਵੀ ਭਾਈ ਸ਼ਮਸ਼ੇਰ ਸਿੰਘ ਹੋਰੀ ਆਪਣੇ ਘਰੇ ਰਹਿ ਕੇ ਗਏ ਆ, ਹੈ ਨਾ। ਦੂਸਰਾ ਜਿਹੜਾ ਹੈਗਾ, ਇਹ ਕਹਿ ਲਈਏ ਵੀ ਆਪਾਂ ਇਹਨਾਂ ਨੂੰ ਛੱਡਣ ਦੀ ਗੱਲ ਜਿਹੜੀ ਹੈਗੀ ਆ, ਹੁਣ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਹੋਰਾਂ ਦੀ ਗੱਲ ਕਰੀਏ, ਹੈ ਨਾ, ਜਿਹੜੇ ਕਿ ਉਹ ਬਿੱਟੇ ਵਾਲੇ ਤੇ ਦੂਸਰੇ ਸੈਣੀ ਵਾਲੇ ਕੇਸ ਦੇ ਵਿੱਚ ਸੀਗੇ। ਹੁਣ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ, ਹੈ ਨਾ, ਡੈਥ ਸੈਂਟੈਂਸ ਤੋਂ ਬਾਅਦ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ, ਫਿਰ ਰਾਸ਼ਟਰਪਤੀ ਨੇ ਉਹਨਾਂ ਦੀ ਸਜ਼ਾ ਮਾਫ ਕਰਤੀ, ਹੈ ਨਾ, 161। ਹੁਣ ਉਹਨਾਂ ਦੀ ਇੱਕ ਫਾਈਲ ਹੈ, ਜਿਸ ਫਾਈਲ ਦੇ ਉੱਤੇ ਲਗਾਤਾਰ ਫੈਸਲਾ ਲੈਣ ਦਾ ਕੰਮ ਪੈਂਡਿੰਗ ਕੀਤਾ ਜਾ ਰਿਹਾ, ਉਹਦੇ 'ਚ ਇੱਕ ਮਿਨਿਸਟਰ ਨੇ ਬੈਠਣਾ, ਹੈ ਨਾ, ਦੂਸਰਾ ਜਿਹੜਾ ਹੈਗਾ ਨਾਲ ਜੇਲ੍ਹਾਂ ਦੇ DG ਨੇ ਬੈਠਣਾ, ਤੇ ਪ੍ਰਸ਼ਾਸਨਿਕ ਅਧਿਕਾਰੀ ਨੇ ਬੈਠਣਾ ਹੈਗਾ, ਹੋਰ ਨੇ, ਹੈ ਨਾ। ਤਾਂ ਉਹ ਫੈਸਲਾ ਜਿਹੜਾ ਹੈਗਾ ਉਹ ਲਗਾਤਾਰ ਟਾਲਿਆ ਜਾ ਰਿਹਾ ਹੈ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਇਸ ਟਾਈਮ ਪੰਜਾਬ ਦੀ ਜੇਲ੍ਹ 'ਚ ਨੇ, ਅੰਮ੍ਰਿਤਸਰ। ਦਿੱਲੀ ਤੇ ਪੰਜਾਬ ਉਹਨਾਂ ਬਾਰੇ ਕੱਲ੍ਹ ਨੂੰ ਫੈਸਲਾ ਲੈ ਸਕਦਾ, ਕੋਈ ਦਿੱਕਤ ਨਹੀਂ ਹੈ। ਤਾਂ ਮੈਨੂੰ ਇਹ ਵੀ ਪਤਾ ਲੱਗਿਆ ਕਿ ਜਿਨ੍ਹਾਂ ਤੇ ਟਾਡਾ ਨਹੀਂ ਲੱਗਿਆ ਹੋਇਆ ਉਹਨਾਂ ਨੂੰ ਸਰਕਾਰ, ਪੰਜਾਬ ਸਰਕਾਰ ਛੱਡ ਸਕਦੀ ਹੈ। ਚਲੋ ਜਿਨ੍ਹਾਂ ਨੂੰ ਨਹੀਂ ਛੱਡ ਸਕਦੀ, ਜੇ ਉਹ ਸੱਚਮੁੱਚ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਹੈ, ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਠੀਕ ਹੈ, ਉਹ ਵਿਧਾਨ ਸਭਾ 'ਚੋਂ ਮੱਤਾ ਪਾਸ ਕਰਕੇ ਇਸ ਗੱਲ ਦੀ ਸਪੋਰਟ ਤਾਂ ਕਰ ਸਕਦੇ ਆ। ਮੈਂ ਦੇਖ ਰਿਹਾ ਤੁਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਸ ਵੇਲੇ ਦਾ, ਜਦੋਂ ਉਹ ਭਾਈ ਗੁਰਬਾਜ ਸਿੰਘ ਨੂੰ ਆ ਕੇ ਮਿਲਦੇ ਨੇ, ਉਸ ਵੇਲੇ ਤੁਸੀਂ ਪੋਸਟਰ ਦੀ ਵੱਡੀ ਫਲੈਕਸ ਕਢਾ ਕੇ ਲਾਈ ਹੋਈ ਹੈ ਕਿ ਉਦੋਂ ਤੁਹਾਡਾ ਸਟੈਂਡ ਹੋਰ ਸੀ, ਹੁਣ ਤੁਹਾਡਾ ਸਟੈਂਡ ਹੋਰ। ਬਿਲਕੁਲ, ਉਹ ਸਿਰ ਪਲੋਸ ਰਿਹਾ, ਠੀਕ ਹੈ, ਬਾਪੂ ਸੂਰਤ ਸਿੰਘ ਜੀ ਦਾ ਬੈਠਾ, ਕਿਉਂਕਿ ਕੈਮਰਿਆਂ ਵਾਲੇ ਤਾਂ ਨਾਲ ਹੀ ਹੁੰਦੇ ਆ ਨਾ। ਮੈਂ ਕਹਿੰਦਾ ਉਹ ਕਿਹੜਾ ਸੰਘਰਸ਼ ਹੈ ਇਹਨਾਂ ਮੁੱਦਿਆਂ ਤੇ ਜਿਨ੍ਹਾਂ ਤੇ ਬੈਠੇ ਆ ਅੱਜ ਆਪਾਂ, ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਨਹੀਂ ਗਏ, ਜਿਹਦੇ 'ਚ ਭਗਵੰਤ ਸਿੰਘ ਮਾਨ ਨਹੀਂ ਪਹੁੰਚਿਆ, ਭਾਈ ਗੁਰਬਖਸ਼ ਸਿੰਘ ਨਾਲ ਉਹ ਬੈਠਾ, ਬਾਪੂ ਸੂਰਤ ਸਿੰਘ ਨਾਲ ਉਹ ਬੈਠਾ,
ਬਰਗਾੜੀ ਦਾ ਮੋਰਚਾ ਲੱਗਿਆ, ਤੁਹਾਨੂੰ ਇਹਦੀ ਸ਼ਰਾਬ ਪੀ ਕੇ ਆਉਣ ਦੀ ਘਟਨਾ ਯਾਦ ਹੋਊਗੀ, ਹਨਾ, ਜਿਸ ਵੇਲੇ ਇਹਨੇ ਸ਼ਰਾਬ ਪੀ ਕੇ ਸਟੇਜ ਤੋਂ ਇਹਨੂੰ ਲਾਤਾ ਸੀ। ਚਲੋ ਬਾਕੀ ਇਹ ਗੱਲਾਂ ਕਈਆਂ ਗਈਆਂ ਨੇ ਕਿ ਹਾਂ ਉਹਨਾਂ ਨੇ ਹਾਂ ਇਸ ਤਰ੍ਹਾਂ ਕੀਤਾ ਸੀ, ਨਹੀਂ ਚਲੋ ਲੋਕਾਂ ਦੇ ਦਿਮਾਗ 'ਚ ਹੈਗੀ ਹੈ। ਮੇਰਾ ਕਹਿਣ ਦਾ ਮਤਲਬ ਹੈ ਵੀ ਹਰ ਥਾਂ ਤੇ ਸਪੋਰਟ ਕਰਨ ਆਏ, ਹਨਾ, ਵੀ ਅਸੀਂ ਤੁਹਾਡੇ ਨਾਲ ਆ ਜੀ, ਸਾਨੂੰ ਮਤਲਬ ਵੋਟਾਂ ਪਾਓ ਤੇ ਅਸੀਂ ਤੁਹਾਨੂੰ ਨਿਆਂ ਦਿਆਂਗੇ। ਅੱਜ ਕਿੱਥੇ ਆ ਭਗਵੰਤ ਸਿੰਘ ਮਾਨ? ਠੀਕ ਹੈ, ਅਸੀਂ ਉਹਦੇ ਦਰਵਾਜ਼ੇ ਤੇ ਬੈਠੇ ਆ, ਸੜਕ ਤੇ ਬੈਠੇ ਆ, ਅੱਜ ਕਿੱਥੇ ਹੈ? ਸੋ ਮਤਲਬ ਇਹ ਲੋਕ ਕਿਸ ਤਰ੍ਹਾਂ ਕੁਰਸੀ ਨਾਲ ਚੰਬੜਨ ਤੋਂ ਬਾਅਦ ਕਿੰਨੇ ਛੋਟੇ ਪੱਧਰ ਤੇ ਆ ਜਾਂਦੇ ਆ ਤੇ ਗਿਰਗਟ ਕਿਵੇਂ ਰੰਗ ਬਦਲਦਾ ਹੈ, ਹਨਾ। ਤਾਂ ਇਹ ਗੱਲਾਂ ਬੇਹੱਦ ਇੱਥੇ ਹੁਣ ਦੇਖੋ ਲੋਕਾਂ ਦਾ ਤੁਸੀਂ ਉਤਸ਼ਾਹ ਦੇਖੋ, ਹਨਾ। ਮੈਂ ਜੇ ਅਗਲੀ ਗੱਲ ਕਰਦਾ, ਚਲੋ ਸਿਆਸਤਦਾਨਾਂ ਦੀ ਹੀ ਗੱਲ ਕਰਦਾ, ਮਤਲਬ ਇਸ ਮਸਲੇ ਤੇ ਇੱਕ ਬਦਕਿਸਮਤੀ ਤਾਂ ਇਹ ਵੀ ਆ ਨਾ ਕਿ ਜਿੰਨੀ ਸਿਆਸਤ ਇਸ ਮਸਲੇ ਤੇ ਹੋ ਰਹੀ ਆ ਉਹ ਕਿਸੇ ਮਸਲੇ ਤੇ ਕਦੇ ਨਹੀਂ ਹੋਈ। ਦੇਖੋ ਸਿਆਸਤ ਕਿਉਂ ਹੋ ਰਹੀ ਹੈ, ਸਵਾਲ ਇਹ ਆ, ਠੀਕ ਹੈ। ਪਿੱਛੇ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਪਿੱਛੇ ਸੰਗਰੂਰ ਦੀ ਜਿਮਨੀ ਚੋਣ ਲੜੀ, ਉਹਨਾਂ ਦਾ ਮੁੱਖ ਮੁੱਦਾ ਹੀ ਇਹ ਸੀਗਾ, ਪਿਛਲੇ ਦਿਨੀ ਐਸਜੀਪੀਸੀ ਦੇ ਪ੍ਰਧਾਨ ਉਹਨਾਂ ਤੇ ਵੀ ਉਹ ਤੁਹਾਨੂੰ ਪਤਾ ਕੀ ਜੋ ਵੀ ਘਟਨਾਕ੍ਰਮ ਵਾਪਰਦਾ, ਮਤਲਬ ਪਿੱਛੇ ਵੀ ਉਸ ਤੋਂ ਪਹਿਲਾਂ ਕਦੇ ਨਹੀਂ ਮੰਗ ਹੋਈ, ਉਸ ਤੋਂ ਪਹਿਲਾਂ ਕਦੇ ਵੀ ਕਿਹੜੀ ਪਾਰਟੀ ਵੱਲੋਂ ਕੀ ਮੰਗ ਹੋਈ ਆ? ਹਾਂ ਦੇਖੋ, ਜੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਤਾਂ ਬੰਦੀ ਸਿੰਘ ਜੇ ਤਿੰਨਾਂ ਸਾਲਾਂ ਬਾਅਦ ਮਤਲਬ ਬਹੁਤ ਵੱਡੇ ਦੋਸ਼ੀ ਛੱਡੇ ਜਾ ਸਕਦੇ ਆ, ਜਿਨ੍ਹਾਂ ਨੇ ਸ਼ਰੇਆਮ ਘਰਾਂ ਚੋਂ ਚੁੱਕ ਕੇ ਲੋਕਾਂ ਨੂੰ ਮਾਰਿਆ, ਹਨਾ। ਉਹਦੇ 'ਚ ਭਗਤ ਸਿੰਘ ਦਾ ਪਰਿਵਾਰ ਵੀ ਆਉਂਦਾ ਹੈ, ਜਿਹੜਾ ਕੁਲਜੀਤ ਸਿੰਘ ਢੱਟ ਹੋਰਾਂ ਦਾ ਕਤਲ ਹੁੰਦਾ ਹੈ, ਤੇ ਉਹਦੇ 'ਚ ਜਿਹੜਾ DIG ਇਨਵੋਲਵ ਸੀਗਾ, ਉਹਨੂੰ ਕਿਸ ਤਰ੍ਹਾਂ ਮਤਲਬ ਸਰਕਾਰਾਂ ਛੱਡਦੀਆਂ, ਹਨਾ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਛੱਡਦੀ ਹੈ, ਜਾਂ ਉਦੋਂ ਪਹਿਲਾਂ ਬਾਦਲਾਂ ਦੀ ਸਰਕਾਰ ਕਈ ਲੋਕਾਂ ਨੂੰ ਛੱਡਦੀ ਹੈ, ਜਿਹਦੇ 'ਚ ਪਿੰਕੀ ਵਰਗੇ ਕਾਤਲ ਛੱਡੇ ਜਾਂਦੇ ਆ, ਜਿਹੜੇ ਪੁਲਿਸ ਦੇ ਕੈਟ ਸੀ, ਹਨਾ। ਕਿਸ ਤਰ੍ਹਾਂ ਉਹ ਇੰਸਪੈਕਟਰ ਦੀਆਂ, ਹੌਲਦਾਰ ਹੁੰਦਿਆਂ, ਸਿਪਾਹੀ ਹੁੰਦਿਆਂ ਹੋਇਆਂ ਇੰਸਪੈਕਟਰ ਦੀਆਂ ਪੋਸਟਾਂ ਤੇ ਜਾਂਦੇ ਆ। ਤਾਂ ਇਹ ਸਾਰੇ ਦੁਖਦਾਈ ਪਹਿਲੂ ਨੇ। ਹੁਣ ਸਿਆਸਤ ਜਿਹੜੀ ਹੈਗੀ ਹੈ ਉਹ ਕਿਉਂ ਹੁੰਦੀ ਹੈ ਤੇ ਮਤਲਬ ਇਹਨੂੰ ਮਾਰਿਆ ਕਿਉਂ ਜਾ ਰਿਹਾ ਹੈ? ਐਕਚੁਅਲੀ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਏਜੰਡਾ ਇੱਕੋ ਹੈ, ਇੱਕੋ ਏਜੰਡਾ ਹੈ ਕਿ ਪੰਜਾਬ ਜਿਹੜਾ ਹੈਗਾ ਉਹਨੂੰ ਤਬਾਹ ਕਰਨਾ ਹੈ, ਠੀਕ ਹੈ। ਹਾਂ ਦੇਖੋ, ਅਨਸਟੇਬਲ ਤਾਂ ਰੱਖਣਾ ਹੀ ਰੱਖਣਾ ਹੈ, ਇਹਨੂੰ ਕਮਜ਼ੋਰ ਕਰਨਾ ਹੈ ਔਰ ਇਹਨੂੰ ਦਬਾ ਕੇ ਰੱਖਣਾ ਹੈ, ਹਨਾ। ਉਹਦਾ ਇੱਕ ਕਾਰਨ ਹੈ, ਕਿਉਂਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ, ਹਨਾ। ਇਹਦੀ ਇੱਕ ਕਹਿ ਲਓ ਵੀ ਪਿਛਲੇ 1000 ਸਾਲ ਦੀ ਇੱਕ ਕਹਾਣੀ ਹੈ, ਹਨਾ। ਦਰਾ ਖੈਬਰ ਦੇ ਰਾਹੀਂ ਜਿਹੜੇ ਲੋਕ ਆਉਂਦੇ ਸੀਗੇ ਤੇ ਉਹਨਾਂ ਦਾ ਟਾਕਰਾ ਪੰਜਾਬੀਆਂ ਨਾਲ ਹੁੰਦਾ ਸੀ, ਉਹ ਪੂਰੇ ਭਾਰਤ ਨੂੰ ਲੁੱਟਦੇ ਸੀ। ਜਦੋਂ ਵਾਪਸ ਆਉਂਦੇ ਸੀ ਤਾਂ ਫਿਰ ਪੰਜਾਬ ਦੇ ਜਿਹੜੇ ਜਵਾਨ ਸੀ, ਉਹ ਪੰਜਾਬ ਵਾਲੇ ਉਹਨਾਂ ਨੂੰ ਮਤਲਬ ਉਹਨਾਂ ਤੋਂ ਖੋਹਦੇ ਸੀ ਸਮਾਨ ਭਾਰਤ ਦਾ ਲੁੱਟਿਆ ਹੋਇਆ। ਸੋਮਨਾਥ ਦੇ ਮੰਦਿਰ ਦੇ ਜਿਹੜੇ ਦਰਵਾਜ਼ੇ ਹੈਗੇ ਆ, ਉਹ ਇਹਦੀ ਮਿਸਾਲ ਹੈ। ਹੋਰ ਕਹਾਣੀਆਂ ਕਿੰਨੀਆਂ ਆਪਾਂ ਸਾਖੀਆਂ ਸੁਣਦੇ ਹਾਂ, ਹਨਾ, ਕਿੰਨੀਆਂ ਵੀਰ ਰੱਸੀ ਵਾਰਾਂ ਸੁਣਦੇ ਹਾਂ। ਤਾਂ ਇਸ ਮਿੱਟੀ ਤੇ ਮਤਲਬ ਜਿਹੜਾ ਸਿਕੰਦਰ ਨੂੰ ਪੋਰਸ ਰੋਕਦਾ, ਤਾਂ ਇਹਦਾ ਇੱਕ ਇਤਿਹਾਸ ਹੈ। ਸੋ ਹਰ ਰਾਜ ਕਰਨ ਵਾਲੇ ਬੰਦੇ ਦੇ ਲਈ ਇਹ ਇੱਕ ਬੜੀ ਵੱਡੀ ਚੁਣੌਤੀ ਹੈ, ਔਰ ਸਭ ਤੋਂ ਵੱਡੀ ਚੁਣੌਤੀ ਜਿਹੜੀ ਆ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਹੈ ਨਾ, ਜਿਹੜੀ ਡੈਮੋਕ੍ਰੇਸੀ ਦੀ ਗੱਲ ਕਰਦੀ ਹੈ, ਸਭੇ ਸਾਂਝੀ ਵਾਰਸ ਦੇਣ, ਜਿਹੜੀ ਜਾਤ ਪਾਤ ਤੋਂ ਉੱਪਰ ਉੱਠਣ ਦੀ ਗੱਲ ਕਰਦੀ ਹੈ, ਜਿਹੜੀ ਔਰਤ ਨੂੰ ਪਹਿਲੀ ਵਾਰੀ ਹੱਕ ਮਿਲਦੇ ਆ, ਹੈ ਨਾ। ਗੁਰੂ ਨਾਨਕ ਪਾਤਸ਼ਾਹ ਆਵਾਜ਼ ਉਠਾਉਂਦੇ ਆ ਉਹਦੇ ਲਈ, ਸੋ ਕਿਉ ਮੰਦਾ ਆਖੀਆ ਜਿਤ ਜਮੈ ਰਾਜਾਨ। ਸੋ ਕਹਿਣ ਦਾ ਭਾਵ ਇਹ ਹੈ ਕਿ ਹਜ਼ਾਰਾਂ ਸਾਲਾਂ ਦੀ ਗੁਲਾਮੀ ਤੋਂ ਬਾਅਦ ਕੋਈ ਕਹਿੰਦਾ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਹੈ ਨਾ। ਤਾਂ ਰਾਜੇ ਸ਼ੀਂਹ ਮੁਕੱਦਮ ਕੁੱਤੇ। ਸੋ ਉਹ ਜਿਹੜੀ ਸੋਚ ਹੈ ਉਹਨੂੰ ਦਬਾ ਕੇ ਲੁੱਟ ਦਾ ਰਾਜ ਕਾਇਮ ਕੀਤਾ ਜਾ ਸਕਦਾ, ਕਿਉਂਕਿ ਜੇ ਤੁਸੀਂ ਐਕਚੁਅਲ ਡੈਮੋਕ੍ਰੇਸੀ ਲੈ ਕੇ ਆਉਣੀ ਹੈ, ਹੈ ਨਾ, ਲੋਕਾਂ ਨੂੰ ਉਹਨਾਂ ਦੇ ਬਣਦੇ ਹੱਕ ਤੇ ਨਿਆਂ ਦੇਣਾ ਹੈ, ਤਾਂ ਫਿਰ ਤਾਂ ਮਤਲਬ ਸਿੱਖੀ ਸੋਚ ਤੋਂ ਉੱਪਰ ਕੋਈ ਸੋਚ ਹੀ ਹੈ ਨਹੀਂ, ਹੈ ਨਾ। ਪਰ ਇਹਨਾਂ ਲੋਕਾਂ ਦੀ ਮਜਬੂਰੀ ਹੈ। ਸੋ ਉਹਨਾਂ ਦੇ ਸੰਦ ਜਿਹੜੇ ਕੰਮ ਕਰਦੇ ਆ, ਉਹ ਭਾਵੇਂ ਆਮ ਆਦਮੀ ਪਾਰਟੀ 'ਚ ਹੋਣ, ਭਾਵੇਂ ਭਾਜਪਾ 'ਚ ਹੋਣ, ਭਾਵੇਂ ਅਕਾਲੀ ਦਲ 'ਚ ਹੋਣ, ਤੇ ਭਾਵੇਂ ਹੋਰ ਕੋਈ ਪੋਲੀਟੀਕਲ ਪਾਰਟੀ 'ਚ ਹੋਣ, ਹੈ ਨਾ। ਤਾਂ ਇਸ ਸੋਚ ਦੇ ਦੁਆਲੇ ਘੁੰਮ ਕੇ ਮਤਲਬ ਜਿਹੜਾ ਹੈਗਾ, ਜਿਹੜੀ ਆਵਾਜ਼ ਉੱਠਦੀ ਹੈ, ਜਿਹੜਾ ਵਾਵ ਰੋਲਾ, ਉਹਨੂੰ ਦਬਾਉਣ ਲਈ ਸਾਰਾ ਕੁਝ ਕੀਤਾ ਜਾ ਰਿਹਾ। ਇਸੇ ਕਰਕੇ ਹਰ ਪਾਰਟੀ ਪਹਿਲਾਂ ਵਾਅਦੇ ਕਰਦੀ ਹੈ, ਉਸ ਤੋਂ ਬਾਅਦ ਉਹ ਜਿਹੜਾ ਮਤਲਬ ਭਾਰਤ ਦੀ ਕੇਂਦਰੀ ਸੱਤਾ ਹੈ ਉਹਦਾ ਸੰਦ ਬਣ ਕੇ ਉਹੀ ਦਬਾਉਣ ਦਾ ਕਾਰਿਆਕਰਮ ਸ਼ੁਰੂ ਕਰਦੀ ਆ, ਕਿਉਂਕਿ ਇਹਨਾਂ ਦੇ ਆਪਦੇ ਪੈਰ ਨਹੀਂ ਹੈਗੇ, ਹੈ ਨਾ। ਹੁਣ ਭਗਵੰਤ ਸਿੰਘ ਮਾਨ ਦੇ ਪੱਲੇ ਕੀ ਆ, ਫੈਸਲੇ ਜਿਹੜੇ ਹੈਗੇ ਉਹ ਕੇਂਦਰ ਲੈਂਦਾ। ਤਾਂ ਇਹ ਬੜੀਆਂ ਡੂੰਘੀਆਂ ਗੱਲਾਂ ਨੇ। ਅਰਵਿੰਦ ਕੇਜਰੀਵਾਲ ਹੋਰੀ ਕੋਈ ਬਾਦਲ ਹੋਰਾਂ ਦੇ ਖਿਲਾਫ ਥੋੜੀ ਨੇ, ਬਾਦਲ ਹੋਰਾਂ ਦੇ ਨਾਲ ਨੇ ਪੂਰੀ ਤਰ੍ਹਾਂ। ਉਹਨਾਂ ਤੋਂ ਰੁਪਈਏ ਲੈ ਕੇ ਇਹਨਾਂ ਨੇ ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ਲੜੀਆਂ ਨੇ। ਅਗਰ ਸੱਚਮੁੱਚ ਉਹ ਮਤਲਬ ਕੱਟੜ ਇਮਾਨਦਾਰ ਸਰਕਾਰ ਹੁੰਦੀ, ਮੈਂ ਦਾਅਵੇ ਨਾਲ ਕਹਿਣਾ ਕਿ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਇੱਕ ਦਿਨ ਪੰਜਾਬ 'ਚ ਨਹੀਂ ਸੀ ਰਹਿੰਦਾ, ਉਹ ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਭੱਜ ਜਾਂਦਾ।
ਉਹ ਰਿਜ਼ਲਟ ਆਉਣ ਤੋਂ ਪਹਿਲਾਂ ਭੱਜ ਜਾਂਦਾ, ਪਰ ਉਹਨਾਂ ਨੇ ਇਹਨਾਂ ਨੂੰ ਰੁਪਈਆ ਦਿੱਤਾ ਹੋਇਆ। ਸੋ ਇਹ ਉਹਨਾਂ ਦੇ ਟਾਪੇ ਦੇ ਕੁੱਕੜ ਨੇ, ਹੈ ਨਾ। ਤਾਂ ਆਪਾਂ ਚਲੋ ਗੱਲ ਦੂਜੇ ਪਾਸੇ ਨਾ ਚਲੀ ਜਾਵੇ, ਮੈਨੂੰ ਜੋਸ਼ ਆ ਜਾਂਦਾ। ਮੈਂ ਅਖੀਰ ਤੇ ਹੀ ਗੱਲ ਕਰੂੰਗਾ ਕਿ ਮਸਲਾ ਸੈਂਸਿਟਿਵ ਆ, ਤੇ ਤੁਸੀਂ ਕੀ ਅਪੀਲ ਕਰਦੇ ਹੋ ਇੱਥੇ ਆਉਣ ਵਾਲੇ ਲੋਕਾਂ ਨੂੰ ਵੀ, ਮਤਲਬ ਹੋਰ ਵੀ ਸਾਰੇ ਜਿਹੜੇ ਜਾਂ ਲੋਕ ਘਰਾਂ 'ਚ ਵੀ ਬੈਠੇ ਨੇ? ਦੇਖੋ, ਮੈਂ ਪੰਜਾਬ ਦੇ ਜਿੰਨੇ ਬੁੱਧੀਜੀਵੀ ਨੇ, ਹੈ ਨਾ, ਜਿੰਨੇ ਸੰਤ ਮਹਾਪੁਰਸ਼ ਨੇ, ਜਿੰਨੀਆਂ ਟ੍ਰੇਡ ਯੂਨੀਅਨਾਂ ਨੇ, ਹੈ ਨਾ, ਸਾਰਿਆਂ ਨੂੰ ਕੌਮੀ ਮੋਰਚੇ ਦੇ ਇੱਕ ਛੋਟੇ ਜਿਹੇ ਮੈਂਬਰ ਵਜੋਂ, ਹੈ ਨਾ, ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਤਾਂ ਇਹਦੀ ਉਲਝੀ ਹੋਈ ਤਾਣੀ 'ਚੋਂ ਕੋਈ ਤੰਦ ਫੜਨੀ ਪਊਗੀ। ਇਹ ਜਿਹੜਾ ਮੋਰਚਾ ਲੱਗਿਆ, ਇਹਨੇ ਇੱਕ ਛੋਟੀ ਜੀ ਤੰਦ ਨੂੰ ਫੜਿਆ, ਹੈ ਨਾ, ਇਸ ਲੋਟੂ ਸਿਸਟਮ ਦੇ ਖਿਲਾਫ। ਅੱਜ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਜਾਣਾ ਚਾਹੀਦਾ। ਇੱਥੋਂ ਮਤਲਬ ਕੱਲੇ ਪੰਥ ਦੀ ਏਕਤਾ ਨਹੀਂ ਪੈਦਾ ਹੋਣੀ ਇਸ ਮੋਰਚੇ ਤੋਂ, ਇਸ ਮੋਰਚੇ ਦੇ ਉੱਤੋਂ ਪੂਰੇ ਸਮੁੱਚੇ ਪੰਜਾਬੀਆਂ ਦੀ ਏਕਤਾ ਪੈਦਾ ਹੋਣੀ ਹੈ। ਉਹ ਏਕਤਾ ਜਿਹਦੇ ਵੱਲ ਪੂਰੇ ਭਾਰਤ ਨੇ ਦੇਖਣਾ, ਸਾਡੇ ਗਵਾਂਢੀ ਰਾਜਾਂ ਨੇ ਵੀ ਦੇਖਣਾ, ਪੂਰੇ ਭਾਰਤ ਨੇ ਵੀ ਦੇਖਣਾ, ਉਹ ਇੱਥੋਂ ਸ਼ੁਰੂ ਹੋਣੀ ਹੈ। ਕਿਹੜੀਆਂ ਯੂਨੀਅਨਾਂ ਨੇ ਹਜੇ ਤੱਕ ਜਿਹੜੀਆਂ ਕੌਮੀ ਇਨਸਾਫ ਮੋਰਚੇ ਦੇ, ਮਤਲਬ ਹੋਰ ਵਰਗਾਂ 'ਚੋਂ ਕਿਹੜੇ ਵਰਗ ਨੇ ਜਿਹੜੇ ਕੌਮੀ ਇਨਸਾਫ ਮੋਰਚਾ ਦੇ ਨਾਲ ਜੁੜ ਗਏ ਨੇ? ਦੇਖੋ, ਉਹਦੇ ਵਿੱਚ 32 ਕਿਸਾਨ ਜਥੇਬੰਦੀਆਂ ਨਹੀਂ, ਗੈਰ ਸਿਆਸੀ ਨਹੀਂ, ਉਹਨਾਂ ਤੋਂ ਇਲਾਵਾ ਜਿਹੜੇ ਮਤਲਬ ਡਾਕਟਰ ਦਰਸ਼ਨਪਾਲ ਹੋਰੀ ਨੇ, ਜਿਹਦੇ ਵਿੱਚ ਦੁਆਬੇ ਦੀਆਂ ਯੂਨੀਅਨਾਂ ਨੇ ਤੇ ਹੋਰ ਛੋਟੀਆਂ ਜਥੇਬੰਦੀਆਂ ਨੇ, ਉਹਨਾਂ ਨੇ ਹਮਾਇਤ ਦੇ ਦਿੱਤੀ ਹੈ। ਉਹਨਾਂ ਦੇ ਮਤਲਬ ਟਾਵੇਂ ਆਗੂ ਇੱਥੇ ਆ ਕੇ ਸਟੇਜ ਤੇ ਬੋਲ ਕੇ ਜਾਂਦੇ ਆ ਤੇ ਉਹਨਾਂ ਦੀ ਸੰਗਤ ਵੀ ਇੱਥੇ ਆਉਂਦੀ ਹੈ। ਇਸੇ ਤਰ੍ਹਾਂ ਗੈਰ ਸਿਆਸੀ ਜਥੇਬੰਦੀਆਂ ਜਿਹੜੀਆਂ ਹੈਗੀਆਂ, ਉਹਨਾਂ ਨੇ ਸਪਸ਼ਟ ਹਮਾਇਤ ਦੇ ਦਿੱਤੀ ਹੈ ਔਰ ਉਹਨਾਂ ਦੇ ਕੱਲ 5 ਦੇ ਲਗਭਗ ਆਗੂ ਇੱਥੇ ਆ ਕੇ ਬੋਲ ਕੇ ਗਏ ਨੇ, ਹੈ ਨਾ। ਤੇ ਸਤਨਾਮ ਸਿੰਘ ਪੰਨੂ ਹੁਰੀ, ਜਿਹੜੀ ਕਿ ਮਤਲਬ ਦੂਸਰੀ ਵੱਡੀ ਕਿਸਾਨ ਜਥੇਬੰਦੀ ਹੈ ਏਕਤਾ ਅਗਰਾਹਾਂ ਤੋਂ ਬਾਅਦ, ਹੈ ਨਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਜਿਹੜੀ ਕੇਡਰ ਬੇਸਡ ਪੁਰਾਣੀਆਂ ਜਥੇਬੰਦੀਆਂ 'ਚੋਂ ਆਉਂਦੀ ਹੈ। ਪੰਨੂ ਸਾਹਿਬ ਹੋਰਾਂ ਨੇ ਕੱਲ ਨੂੰ ਐਲਾਨ ਕਰ ਦੇਣਾ ਕਿ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਾਣੀ ਡਟਵੀਂ ਸ਼ਮੂਲੀਅਤ ਕਰਾਂਗੇ, ਹੈ ਨਾ। ਉਹ ਨਾਲ ਬੈਠਣਗੇ, ਸਾਡੇ ਆ ਕੇ ਮੋਢੇ ਨਾਲ ਮੋਢਾ ਲਾਉਣਗੇ। ਕੌਮੀ ਇਨਸਾਫ ਮੋਰਚਾ ਜਿਹੜਾ ਮੋਹਾਲੀ ਦਾ, ਉਹ ਸਿੰਘੂ ਦਾ ਜਿਹੜਾ ਉਹ ਰੂਪ ਲੈ ਰਿਹਾ, ਬਿਲਕੁਲ ਸਿੰਘੂ ਦਾ ਰੂਪ ਲੈ ਰਿਹਾ। ਔਰ ਬਲਕਿ ਸਿੰਘੂ ਦੇ ਵਿੱਚ ਜੇ ਕੋਈ ਨਿੱਕੀਆਂ ਮੋਟੀਆਂ ਗਲਤੀਆਂ ਹੋਈਆਂ ਨੇ, ਉਹ ਇੱਥੇ ਨਹੀਂ ਹੋਣੀਆਂ। ਹਾਂ, ਉਹ ਇੱਥੇ ਨਹੀਂ ਹੋਣਗੀਆਂ। ਮਤਲਬ ਉਹਨਾਂ ਨੇ ਜਿੱਥੇ ਟੈਲੀਫੋਨ ਤੇ ਗੱਲ ਕਰਕੇ ਦੱਸਿਆ ਕਿ ਅਸੀਂ 1 ਤਰੀਕ ਨੂੰ ਵੱਡੇ ਕਾਫਲੇ ਲੈ ਕੇ ਇੱਥੇ ਪਹੁੰਚ ਰਹੇ ਹਾਂ ਔਰ ਉਸ ਤੋਂ ਬਾਅਦ ਲਗਾਤਾਰ ਅਸੀਂ ਇੱਥੇ ਰਹਾਂਗੇ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪੰਨੂ ਹੋਰਾਂ ਨੇ ਕਿਹਾ। ਤੇ ਨਾਲ ਹੀ ਉਹਨਾਂ ਨੇ ਹਦਾਇਤਾਂ ਵੀ ਕੀਤੀਆਂ ਨੇ। ਉਹ ਕਹਿੰਦੇ ਵੀ ਤੁਸੀਂ ਆ ਗਲਤੀਆਂ ਨਹੀਂ ਕਰਨੀਆਂ, ਹੈ ਨਾ। ਤੇ ਅਸੀਂ ਜਾਣੀ ਉਹਨਾਂ ਦੀ ਹਰ ਗੱਲ ਝੋਲੀ ਪਾਵਾਂਗੇ, ਕਿਉਂਕਿ ਬਾਕੀ ਏਕਤਾ ਅਗਰਾਹਾਂ ਜਿਹੜੀ ਹੈਗੀ ਆ ਜਥੇਬੰਦੀ, ਉਹਨਾਂ ਨਾਲ ਵੀ ਤਾਲਮੇਲ ਕਰਾਂਗੇ, ਕਿਉਂਕਿ ਉਹਨਾਂ ਕੋਲੇ ਬਹੁਤ ਵੱਡੀ ਸ਼ਕਤੀ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਜਿਹੜੀ ਸੋਚ ਲੈ ਕੇ ਚੱਲ ਰਹੇ ਨੇ, ਹੈ ਨਾ, ਕਿਰਤ ਕਰੋ ਤੇ ਵੰਡ ਛਕੋ ਦੀ, ਉਹ ਗੁਰੂ ਨਾਨਕ ਦਾ ਵੀ ਰਾਹ ਹੈ, ਉਹ ਸਿੱਖ ਪੰਥ ਦਾ ਵੀ ਰਾਹ ਹੈ ਨਾ। ਉਹਦੇ 'ਚ ਸਮਾਂ ਦੀ ਬਲਕਿ ਇੱਕ ਗੱਲ ਵੱਧਦੀ ਹੈ, ਨਾਮ ਜਪੋ, ਉਹ ਕੁਦਰਤ ਦੇ ਨਾਲ ਵੀ ਜੁੜ ਰਿਹਾ ਹੈ ਨਾ। ਤੇ ਉਹ ਕਈ ਵਾਰੀ ਅਗਰਾਹਾਂ ਸਾਹਿਬ ਕਹਿੰਦੇ ਹੁੰਦੇ ਆ, ਮੇਰਾ ਤਾਂ ਖੁਦ ਦਾ ਅੰਮ੍ਰਿਤ ਛਕਿਆ ਹੋਇਆ। ਸੋ ਉਹ ਵੀ ਮਤਲਬ ਸਾਨੂੰ ਪੂਰੀ ਉਮੀਦ। ਉਗਰਾਹਾਂ ਸਾਹਿਬ ਨਾਲ ਜਾਂ ਉਹਨਾਂ ਦੇ ਕਿਸੇ ਹੋਰ ਆਗੂ ਨਾਲ ਗੱਲਬਾਤ ਹੋਈ ਹੁਣ ਤੱਕ ਇਸ ਮਸਲੇ ਤੇ? ਦੇਖੋ, ਮੇਰੀ ਨਹੀਂ ਹੋਈ, ਪਰ ਅਸੀਂ ਜਾਵਾਂਗੇ ਇੱਕ ਵਾਰੀ। ਹੁਣ ਇਹ ਮੋਰਚਾ ਸ਼ੁਰੂ ਹੋ ਗਿਆ। ਅਸਲ ਦੇ ਵਿੱਚ ਆਪਾਂ ਇਹ ਮੰਨ ਕੇ ਚੱਲੀਏ ਵੀ ਕੱਲ 26 ਤਰੀਕ ਹੈ ਤੇ ਪਰਸੋਂ ਤੋਂ ਅਸਲ ਮੋਰਚੇ ਨੇ ਪੈਰ ਆਪਣੇ ਪੂਰੀ ਤਰ੍ਹਾਂ ਬੰਨਣੇ ਨੇ, ਹੈ ਨਾ। ਤੇ ਸਾਡੇ ਕੋਲੇ ਹੁਣ ਮਤਲਬ ਜਿਹੜੀ ਬਹੁਤ ਵੱਡੀ ਸਿੱਖ ਆਰਗੇਨਾਈਜੇਸ਼ਨ ਹੈ ਖਾਲਸਾ ਏਡ, ਹੈ ਨਾ, ਪਹਿਲੇ ਦਿਨ ਤੋਂ ਉਹਨਾਂ ਨੇ ਮਤਲਬ ਜਿਹੜਾ ਹੈਗਾ ਉਹ ਸਾਨੂੰ ਉਹ ਮਦਦ ਕਰ ਰਹੇ ਨੇ ਔਰ ਉਹਨਾਂ ਦੇ ਇਹ ਸ਼ਬਦ ਨੇ ਵੀ ਤੁਹਾਨੂੰ ਜੋ ਵੀ ਚਾਹੀਦਾ ਤੁਸੀਂ ਦੱਸੋ, ਹੈ ਨਾ। ਤੇ ਯੂਨਾਈਟਿਡ ਸਿੱਖ ਵਾਲੇ ਵੀ ਕਰ ਰਹੇ ਨੇ। ਉਹ ਤੋਂ ਇਲਾਵਾ ਮੋਹਾਲੀ ਦੇ, ਖਰੜ ਦੇ, ਚੰਡੀਗੜ੍ਹ ਦੇ ਜਿੰਨੇ ਗੁਰੂ ਘਰ ਨੇ, ਉਹਨਾਂ ਨੇ ਸਾਰਿਆਂ ਨੇ ਬੂਹੇ, ਕਿਉਂਕਿ ਬਾਰਿਸ਼ ਹੋਈ ਹੈ 2 ਦਿਨਾਂ ਤੋਂ ਚੱਲ ਰਹੀ ਹੈ, ਤਾਂ ਅਸੀਂ ਸੰਗਤ ਰਾਤ ਨੂੰ ਗੁਰਦੁਆਰਿਆਂ 'ਚ ਭੇਜ ਦਿੰਦੇ ਹਾਂ, ਬਾਹਰੋਂ ਆਈ ਸੰਗਤ। ਇਸੇ ਕਰਕੇ ਅਸੀਂ ਡਟ ਕੇ ਪੰਜਾਬ ਦੀ ਸੰਗਤ ਨੂੰ ਸੁਨੇਹਾ ਦਿੰਦੇ ਹਾਂ ਕਿ ਤੁਸੀਂ ਸਿਰਫ ਆਪਦੇ ਪਾਉਣ ਵਾਲੇ ਕੱਪੜੇ ਲੈ ਕੇ ਆਉਣੇ ਨੇ। ਉਹਦੇ ਤੋਂ ਇਲਾਵਾ ਇੱਥੇ ਗੱਦੇ, ਟੈਂਟ, ਉੱਪਰ ਲੈਣ ਲਈ ਕੰਬਲ, ਲੰਗਰ, ਉਹ ਸਾਰਾ ਕੁਝ ਸੰਗਤ ਨੇ ਇੱਥੇ ਪ੍ਰਬੰਧ ਕੀਤੇ ਹੋਏ ਨੇ। ਤੇ ਇਹ ਮੋਰਚਾ ਜਿਹੜਾ ਹੈਗਾ, ਇਹ ਜਿੰਨਾ ਚਿਰ ਮਰਜ਼ੀ ਸਰਕਾਰ ਲੰਬਾ ਚਲਾਉਣਾ ਚਾਹੇ, ਇਹ ਸਰਕਾਰ ਤੇ ਮਨਸਰ ਕਰਦਾ ਹੈ। ਉਹ ਇਹਨੂੰ ਕੱਲ ਨੂੰ ਖਤਮ ਕਰਨਾ ਚਾਹੇ, ਉਹਨਾਂ ਤੇ ਮਨਸਰ ਕਰਦਾ ਹੈ।
ਤੁਸੀਂ ਆਪਣੀਆਂ ਮੰਗਾਂ ਮਨਵਾ ਕੇ ਉੱਠੋਗੇ? ਬਿਲਕੁਲ ਇਹਦੇ 'ਚ ਕੋਈ ਦੋ ਰਾਵਾਂ ਹੀ ਨਹੀਂ। ਇੱਥੇ ਕੋਈ ਬੰਦਾ ਵੀ, ਇੱਥੇ 3 ਪੀੜ੍ਹੀਆਂ ਆ ਰਹੀਆਂ ਨੇ। ਇੱਥੇ ਬਾਪੂ ਆਉਂਦੇ ਨੇ, ਇੱਥੇ ਨੌਜਵਾਨ ਆਉਂਦੇ ਨੇ ਤੇ ਅੱਗੋਂ ਉਹਨਾਂ ਦੇ ਪੋਤੇ ਆਉਂਦੇ ਨੇ, ਹਨਾ। ਉਹ ਪੂਰਾ ਪਰਿਵਾਰ ਆ ਰਿਹਾ ਹੈ ਔਰ ਉਹ ਇੱਕੋ ਗੱਲ ਕਹਿੰਦੇ ਨੇ ਵੀ ਐਤਕੀ ਉੱਠ ਨਾ ਜਾਇਓ, ਕਿਉਂਕਿ ਇਹ ਮੰਗਾਂ ਇੰਨੀਆਂ ਕੁ ਜਾਇਜ਼ ਨੇ ਕਿ ਜਿਹਦੇ ਤੇ ਸਰਕਾਰ ਕੋਲੇ ਜਵਾਬ ਹੀ ਕੋਈ ਨਹੀਂ ਹੈ ਇਹਨਾਂ ਮੰਗਾਂ ਨੂੰ ਪੂਰੀਆਂ ਕਰਨ ਤੋਂ ਬਗੈਰ। ਦੇਖੋ, ਬੰਦੀ ਸਿੰਘਾਂ ਦੀ ਗੱਲ ਕਰੀਏ, ਉਹ ਦੁੱਗਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਕਰੀਏ ਤਾਂ ਉਹ ਜਿਹੜੇ ਮੁੱਦੇ ਨੇ ਉਹ ਬੜਾ ਸਪਸ਼ਟ ਹੈ ਕਿ ਇਹਨਾਂ ਨੇ ਖੁਦ ਵਿਧਾਨ ਸਭਾ ਦੇ ਵਿੱਚ ਉਮਰ ਕੈਦ ਦੀਆਂ ਸਜ਼ਾਵਾਂ ਦੀ ਗੱਲ ਕੀਤੀ ਹੈ। ਉਸ ਤੋਂ ਬਾਅਦ ਜਿਹੜੇ ਕੋਟਕਪੂਰਾ ਬਾਈਬਲ ਗੋਲੀकांड ਦਾ ਮਸਲਾ ਹੈਗਾ, ਉਹਦੇ 'ਚ ਬਿਲਕੁਲ ਸਪਸ਼ਟ ਹੈ ਕਿ ਇਹਨਾਂ ਨੇ ਆਪ ਹੀ ਸਿੱਟ ਬਣਾਈ ਹੈ, ਆਪ ਹੀ SIT ਬਣਾਈ ਹੈ ਸਤੰਬਰ ਦੇ ਵਿੱਚ, ਜਿਹੜੀ ਉਹਦੀ ਤਫਤੀਸ਼ ਅਸੀਂ ਤਾਂ ਇਹੀ ਕਹਿੰਦੇ ਆ ਵੀ ਉਹ ਲਾਗੂ ਕਰ ਦਿਓ। ਸੋ ਕੋਈ ਗੱਲ ਹੀ ਨਹੀਂ ਹੈਗੀ ਕਿ ਇਹ ਨਾ ਮੰਨਣ। ਜਿਹੜਾ 328 ਸਰੂਪਾਂ ਦਾ ਮਾਮਲਾ ਹੈ ਉਹ ਪੰਥ ਦੇ ਹੀ ਇੱਕ ਹਿੱਸੇ ਵੱਲੋਂ ਜਿਹੜਾ ਹੈਗਾ ਉਹ ਦਬਾਇਆ ਜਾ ਰਿਹਾ ਹੈ ਤੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹਨੂੰ ਸੁਲਝਾ ਕੇ ਆਓ ਆਪਾਂ ਪੰਥ ਨੂੰ ਇਕੱਠਾ ਕਰੀਏ। ਦੁਬਾਰਾ ਮੈਂ ਬੇਨਤੀ ਕਰਦਾ ਇਸ ਸ਼ੁਕਰੀਆ ਬਾਈ ਜੀ, ਧੰਨਵਾਦ ਗੱਲਬਾਤ ਤੁਸੀਂ ਕੀਤੀ ਜੀ। ਸੋ ਇਹ ਸਨ ਬਲਵਿੰਦਰ ਸਿੰਘ, ਕੌਮੀ ਇਨਸਾਫ ਮੋਰਚੇ ਦੇ ਆਗੂ ਨੇ।